ਵਾਹਿਗੁਰੂ ਜੀ ਕੀ ਫਤਿਹ। ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸਚੈ ਮਾਰਗ ਚਲਦਿਆ, ਉਸਤਤ ਕਰੀ ਜਹਾਨ। ਅਠ ਸਠ ਤੀਰਥ ਸਗਲ ਪੁਨ, ਜੀ ਦਇਆ ਪਰਵਾਨ। ਜਿਸਨੋ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਦਿਨ ਕੁਰਬਾਨ। ਮਾਘ ਸੁਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁਚੇ ਸੇ ਕਾਂਡੀਐ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਗੁਰਗੋਦ ਵਿੱਚ ਹਫ਼ਤਾਵਾਰੀ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਰਾਮ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਅੱਜ ਸ਼ਹੀਦੀ ਸਮਾਗਮ ਗੁਰੂ ਚਰਨਾਂ ਦੇ ਵਿੱਚ ਸਜ ਕੇ ਗੁਰੂ ਉਸਤਤ ਅਤੇ ਸਮੂਹ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਮਾਘ ਮਹੀਨੇ ਦੇ ਦੁਆਰਾ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਜੋ ਸੰਦੇਸ਼ ਪਾਵਨ ਗੁਰਬਾਣੀ ਦੇ ਰਾਹੀਂ ਬਖਸ਼ਿਸ਼ ਕੀਤਾ ਹੈ, ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਸ਼ਬਦ ਦੀ ਵਿਚਾਰ ਤੇ ਇਤਿਹਾਸ ਨੂੰ ਵਾਚਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਜਿਹੜਾ ਮਾਘ ਮਹੀਨਾ ਤੇ ਇਹਦਾ ਜਿਹੜਾ ਪਹਿਲਾ ਦਿਨ ਹੈ, ਹਿੰਦੂ ਸ਼ਾਸਤਰਾਂ ਦੇ ਮੁਤਾਬਕ ਮਾਘ ਦੇ ਨਛੱਤਰ ਭਾਵ ਇਹ ਮਾਘ ਮਹੀਨਾ ਸਨਾਤਨੀ ਲੋਕ ਨੇ ਜਿਹੜੇ ਜਦੋਂ ਆਪਣੇ ਸ਼ਾਸਤਰਾਂ ਨੂੰ ਪੜ੍ਹਦੇ ਸੁਣਦੇ ਨੇ ਤੇ ਉਹਨਾਂ ਦੇ ਜਿਹੜੇ ਪੰਡਿਤ ਜਨ ਹਨ ਉਹ ਸ਼ਾਸਤਰਾਂ ਦੇ ਮੁਤਾਬਕ ਜੋ ਉਹਨਾਂ ਦੇ ਸ਼ਾਸਤਰ ਕਹਿੰਦੇ ਨੇ ਉਹ ਦੱਸਦੇ ਨੇ ਕਿ ਇਹ ਮਹੀਨਾ ਬਹੁਤ ਪਵਿੱਤਰ ਹੈ।
पर जिथे गुरु अर्जुन देव महाराज जी ने इस बाणी में जिक्र किया है उथे तुखारी राग दे विच गुरु नानक देव महाराज कहते माग पुनीत भई अंतर तीरथ जानिया। ਜਿਹੜੀ ਗੱਲ गुरु नानक देव महाराज जी ने कही ਉਹੀ ਗੱਲ ਉਹੀ ਬਚਨ ਸੇਮ गुरु अर्जुन देव महाराज जी ने कहे ने। ਇਹ ਨਹੀਂ ਕਿ ਗੁਰਮਤਿ ਦੇ ਵਿੱਚ ਕੋਈ ਇਸ਼ਨਾਨ ਦੀ ਮਹੱਤਤਾ ਨਹੀਂ, ਗੁਰਮਤਿ ਵਿੱਚ ਇਸ਼ਨਾਨ ਦੀ ਮਹੱਤਤਾ ਹੈ। ਕਿਵੇਂ ਔਰ ਕਿਸ ਤਰ੍ਹਾਂ ਉਹ ਗੁਰਬਾਣੀ ਦੱਸ ਰਹੀ ਹੈ। ਜਿੱਦਾਂ ਜਪ ਬਾਣੀ ਤੁਸੀਂ ਪੜ੍ਹਦੇ ਹੋ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਉਸ ਪ੍ਰਭੂ ਦੀ ਗੱਲ ਨੂੰ ਸੁਣਨਾ, ਸੁਣਨ ਤੋਂ ਬਾਅਦ ਉਹਨੂੰ ਮੰਨਣਾ ਤੇ ਮੰਨਣ ਤੋਂ ਬਾਅਦ ਅੰਦਰ ਭਾਵਨਾ ਨੂੰ ਉਜਾਗਰ ਕਰਨਾ। ਤੇ ਗੁਰੂ ਬਾਬਾ ਜੀ ਕਹਿੰਦੇ ਅਸਲੀ ਤੀਰਥ ਇਹ ਹੈ, ਇੱਕ ਹੈ ਤਨ ਤੇ ਇੱਕ ਹੈ ਮਨ। ਵਿਚਾਰ ਜਿਹੜੀ ਥੋੜੀ ਜਿਹੀ ਡੂੰਘਾਈ ਵਾਲੀ ਹੈ। ਤਨ ਹੈ ਜਿਹੜਾ ਇਹ ਅਸਤੂਲ ਹੈ, ਅਸਤੂਲ ਕਹਿੰਦੇ ਨੇ ਵੀ ਸਰੀਰ ਦਿਖਾਈ ਦੇ ਰਿਹਾ। ਮਨ ਹੈ ਇਹ ਹੈ ਸੂਖਸ਼ਮ, ਇਹ ਵਿਖਾਈ ਨਹੀਂ ਦੇ ਰਿਹਾ। ਤਨ ਤੱਕ ਪਹੁੰਚ ਸਕਦਾ ਹੈ ਸਿਰਫ ਤੇ ਸਿਰਫ ਪਾਣੀ, ਮਨ ਤੱਕ ਪਾਣੀ ਦਾ ਕੋਈ ਅਸਰ ਨਹੀਂ। ਹੁਣ ਜੇ ਤਨ ਦਾ ਇਸ਼ਨਾਨ ਕਰਾਉਣਾ ਹੈ ਫਿਰ ਪਾਣੀ ਵਰਤਾਂਗੇ, ਜੇ ਮਨ ਦਾ ਇਸ਼ਨਾਨ ਕਰਾਉਣਾ ਹੈ ਫਿਰ ਬਾਣੀ ਨੂੰ ਸਮਝਣਾ ਪਏਗਾ। ਤੋ ਇਸ ਲਈ ਮੇਰੇ ਗੁਰਦੇਵ ਨੇ ਇਸ ਮਾਘ ਮਹੀਨੇ ਦੇ ਦੁਆਰਾ, ਕਿਉਂਕਿ ਇਹ ਜੰਗ ਭਾਵੇਂ 21 ਵਿਸਾਖ ਨੂੰ 21 ਜਾਂ 22 ਵਿਸਾਖ 1762 ਨੂੰ ਹੋਈ ਹੈ, ਗਰਮੀਆਂ ਦੇ ਅੱਤ ਦੇ ਦਿਨ ਸਨ। ਉਹ ਗੱਲ ਵੱਖਰੀ ਹੈ ਵੀ ਆਪਾਂ ਇਹਨੂੰ ਕੰਟਰੋਵਰਸੀ ਦੇ ਮੁਤਾਬਕ ਢਾਲਿਆ ਜੀ ਇਹ ਮਾਘ ਦੇ ਮਹੀਨੇ ਵਿੱਚ ਕਹਿੰਦੇ ਮਨਮਤ ਹੈ, ਇਹ ਕਿਉਂ ਦਿਨ ਮਨਾਇਆ ਜਾਂਦਾ ਹੈ। ਦਰਅਸਲ ਗੱਲ ਇਹ ਨਹੀਂ, ਗੱਲ ਇਹ ਹੈ ਕਿ ਵਿਸਾਖੀ ਹੈ ਜਿਹੜੀ ਉਹ ਵਿਸਾਖ ਦੇ ਮਹੀਨੇ ਮਨਾਈ ਜਾਂਦੀ ਹੈ। ਹੁਣ ਇੱਕੋ ਸਾਲ ਦੇ ਵਿੱਚ ਦੋ ਦਿਹਾੜੇ ਕਿਸ ਤਰ੍ਹਾਂ ਕੌਮ ਮਨਾਏਗੀ, ਉਹ ਵੀ ਉੱਚੇ ਪੱਧਰ ਤੇ। ਵਿਸਾਖੀ ਦੀ ਵੀ ਬਹੁਤ ਵੱਡੀ ਮਹੱਤਤਾ ਹੈ ਤੇ ਇਹਨਾਂ 40 ਸਿੰਘਾਂ ਨੇ ਜਿਨ੍ਹਾਂ ਨੂੰ ਮੁਕਤਸਰ ਦੀ ਧਰਤੀ ਤੇ ਨਿਵਾਜਿਆ ਤੇ ਮਹੱਤਤਾ ਇਹਨਾਂ ਦੀ ਵੀ ਬਹੁਤ ਵੱਡੀ ਹੈ। ਤੋ ਪੰਥ ਨੇ ਜਾਂ ਸੰਗਤ ਨੇ, ਕੌਮ ਨੇ, ਕੋਈ ਸੂਝਵਾਨ ਸੱਜਣਾ ਨੇ ਇਹ ਫੈਸਲਾ ਕੀਤਾ ਹੋਵੇਗਾ, ਨਿਰਣਾ ਕਰਿਆ ਹੋਵੇਗਾ ਆਪਾਂ ਮਨਾਉਣਾ ਖਾਲਸਾ ਸਾਜਨਾ ਦਿਵਸ ਵਿਸਾਖੀ ਵੀ ਹੈ ਤੇ ਯਾਦ ਆਪਾਂ ਇਹਨਾਂ ਨੂੰ ਸ਼ਹੀਦਾਂ ਨੂੰ ਵੀ ਕਰਨਾ ਹੈ। ਤੇ ਮੇਰੇ ਖਿਆਲ ਚ ਫਿਰ ਇਸ ਇੱਕ ਮਾਘ ਨੂੰ ਤਾਂ ਕਿ ਜਿਹੜੇ ਸਾਡੇ ਸਿੱਖ ਨੇ ਉਹ ਸਨਾਤਨੀ ਮਤ ਦੀ ਸੋਚ ਨੂੰ ਨਾ ਅਪਣਾਉਣ, ਉਹ ਵੀ ਪ੍ਰਯਾਗ ਤੇ ਜਾ ਕੇ ਹਰਿਦੁਆਰ ਜਾ ਕੇ ਮਾਘ ਮਹੀਨੇ ਇਸ਼ਨਾਨ ਕਰਨ ਦੀ ਬਜਾਏ ਤਾਂ ਇੱਕ ਮਾਘ ਨੂੰ ਮਾਘੀ ਦਾ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਕਿਉਂ ਨਾ ਸ਼ਹੀਦਾਂ ਨੂੰ ਯਾਦ ਕੀਤਾ ਜਾਏ। ਜੇ ਇਸ ਦਿਨ ਨੂੰ ਦੇ ਖਿਆਲ ਚ ਉਹ ਨਾ ਚੁਣਦੇ ਤੇ ਸੁਭਾਵਕ ਹੈ ਵੀ ਸਾਡਾ ਮਾਘੀ ਦਾ ਇਸ਼ਨਾਨ ਪ੍ਰਯਾਗ ਤੇ ਕਰਨਾ ਜਾਂ ਹਰਿਦੁਆਰ ਜਾਣਾ ਤੇ ਇਹ ਇਸ਼ਨਾਨ ਕਰਨਾ ਸਾਡੇ ਲਈ ਇੱਕ ਆਮ ਸੌਖੀ ਗੱਲ ਹੋ ਜਾਣੀ ਸੀ। ਪਰ ਹੁਣ ਅਸੀਂ ਕਹਿ ਸਕਦੇ ਹਾਂ ਕਿ ਇੱਕ ਮਾਘ ਨੂੰ ਜੋ ਮਾਘੀ ਦਾ ਜੋੜ ਮੇਲਾ ਸਮਰਪਿਤ ਕਿਹਨੂੰ ਹੈ, ਵੇਖਣਾ ਇਹ ਵੀ ਪਿੱਛੇ ਭਾਵਨਾ ਕੀ ਹੈ। ਕੱਲੀ ਸੰਗਰਾਂਦ ਤੇ ਮਾਘੀ ਨੂੰ ਫੜ ਕੇ ਨਹੀਂ ਬਹਿਣਾ ਵੀ ਇਹ ਮਨਮਤ ਹੈ। ਵੇਖਣਾ ਇਹ ਹੈ ਵੀ ਇਹ ਜਿਹੜਾ ਦਿਨ ਮਨਾਇਆ ਜਾ ਰਿਹਾ ਹੈ ਇਹਦੇ ਪਿੱਛੇ ਕੌਮ ਦੀ ਤੇ ਪੰਥ ਦੀ ਸੰਗਤ ਦੀ ਭਾਵਨਾ ਤੇ ਰੁਚੀ ਕੀ ਹੈ। ਤੋ ਇਹ ਇੱਕ ਮਾਘ ਨੂੰ ਫਿਰ ਕੌਮ ਨੇ, ਪੰਥ ਨੇ ਕੋਈ ਫੈਸਲਾ ਕੀਤਾ ਹੋਵੇਗਾ ਤਾਂ ਕਿ ਹੈ ਕਿਉਂਕਿ ਮੇਰੇ ਅੰਦਰ ਇਹ ਖਿਆਲ ਚੱਲ ਰਹੇ ਸਨ ਤਾਂ ਕਿ ਸਾਰੀ ਕੌਮ ਪੰਥ ਇੱਕ ਤੇ ਮਾਲਵੇ ਦੇ ਵਿੱਚ ਵਿਸਾਖ ਦੇ ਦਿਨਾਂ ਦੇ ਵਿੱਚ ਗਰਮੀ ਅੱਧੀ ਹੁੰਦੀ ਹੈ। ਤੋ ਫਿਰ ਇਸ ਸ਼ਹੀਦਾਂ ਦੇ ਮਹਾਨ ਦਿਨ ਨੂੰ ਇੱਕ ਫੈਸਲਾ ਕੀਤਾ ਗਿਆ ਕਿ ਇਸ ਤਰੀਕੇ ਦੇ ਨਾਲ ਇਹ ਦਿਨ ਮਨਾਇਆ ਜਾਏ। ਸਾਲ ਵਿੱਚ ਵਿਸਾਖੀ ਖਾਲਸਾ ਸਾਜਨਾ ਦਿਵਸ ਤੇ ਇੱਕ ਸਾਲ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਯਾਦ। ਵੈਸੇ ਤਾਂ ਇਹਨਾਂ ਸ਼ਹੀਦਾਂ ਨੂੰ ਆਪਾਂ ਰੋਜ਼ ਹੀ ਯਾਦ ਕਰਦੇ ਹਾਂ। ਕੋਈ ਦੁਨੀਆ ਦੇ ਵਿੱਚ ਐਸੀ ਕੌਮ ਨਹੀਂ ਜਿਹੜੀ ਆਪਣੇ ਸ਼ਹੀਦਾਂ ਨੂੰ ਰੋਜ਼ ਯਾਦ ਕਰਦੀ ਹੋਵੇ। ਸਿਰਫ ਤੇ ਸਿਰਫ ਇੱਕ ਸਿੱਖ ਕੌਮ ਹੈ ਜਿਹੜੀ ਆਪਣੇ ਸ਼ਹੀਦਾਂ ਨੂੰ ਖੁਸ਼ੀ ਤੇ ਗਮੀ ਸੁਬਾਹ ਤੇ ਸ਼ਾਮ ਸਵੇਰ ਦੁਪਹਿਰ ਹਰ ਵਕਤ ਯਾਦ ਕਰਦੀ ਹੈ। ਕੋਈ ਵੀ ਪ੍ਰੋਗਰਾਮ ਹੋਵੇ ਤੇ ਆਪਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ।
ਤੇ ਜੇ ਕੋਈ ਬੰਦਾ ਆਨੰਦ ਕਾਰਜਾਂ ਤੇ ਜਦੋਂ ਕਥਾ ਕਰੀਏ ਤੇ ਵਿੱਚੋਂ ਉੱਠ ਕੇ ਕਵੇ ਬਾਬਾ ਜੀ ਪੁੱਤਰ ਦਾ ਵਿਆਹ ਤੇ ਸ਼ਹੀਦਾਂ ਦੀ ਗੱਲ ਨਾ ਕਰੋ, ਤੇ ਫਿਰ ਜੇ ਉਹਨੂੰ ਆਪਾਂ ਕਹਾਂਗੇ ਫਿਰ ਅਰਦਾਸ ਵੀ ਸ਼ਹੀਦਾਂ ਦੀ ਨਾ ਕਰੋ, ਉਹ ਵੀ ਨਵੀਂ ਬਣਾਉਣੀ ਪਏਗੀ। ਅਰਦਾਸ ਤਾਂ ਉਹੀ ਹੋਣੀ ਹੈ, ਭਾਵੇਂ ਬਜ਼ੁਰਗ ਚੜ੍ਹਾਈ ਕਰ ਗਿਆ ਤੇ ਭਾਵੇਂ ਬਜ਼ੁਰਗ ਦੇ ਪੁੱਤਰ ਦਾ ਵਿਆਹ ਹੈ। ਅਰਦਾਸ ਤੇ ਉਹੀ ਹੋਣੀ ਹੈ, ਪੰਜਾਂ ਪਿਆਰੀਆਂ 64 ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਡਿਠ ਕੀਤਾ। ਇਹ ਗੱਲ ਬਹੁਤ ਵੱਡੀ ਹੈ ਵੀ ਦੇਖ ਵੀ ਲਿਆ ਤੇ ਫਿਰ ਵੀ ਅਣਡਿਠ ਕਰ ਦਿੱਤਾ। ਅਸੀਂ ਤੇ ਦੇਖਿਆ ਤੇ ਸੁਣਿਆ ਵੀ ਕੁਝ ਨਹੀਂ ਹੁੰਦਾ, ਕੰਨਾਂ ਦੇ ਕੱਚੇ ਜਿੱਦਾਂ ਕੋਈ ਕਹੇ ਅਜੇ ਸਾਈਕਲ ਦਾ ਮਾੜਾ ਮੋਟਾ ਸਟੈਂਡ ਹੁੰਦਾ ਕਿਵੇਂ ਕਰਿਓ, ਬੰਦਿਆਂ ਦਾ ਕੋਈ ਸਟੈਂਡ ਨਹੀਂ ਹੈ। ਸਿੱਖੀ ਕਹਿੰਦੀ ਹੈ ਦੇਖ ਕੇ ਅਣਡਿਠ, ਇਹ ਅਰਦਾਸ ਦੀ ਗੱਲ ਹੈ। ਸਿੱਖੀ ਨਾਮ ਹੀ ਅਣਡਿਠ ਦਾ ਹੈ, ਜਿਹਨਾਂ ਦੇਖ ਕੇ ਅਣਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਇਹ ਗ੍ਰੰਥੀ ਦੀ ਕਮਾਈ ਦਾ ਧਿਆਨ ਧਰ ਕੇ ਨਹੀਂ, ਉਹਨਾਂ ਪਿਆਰਿਆਂ ਤੇ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਵੋਟਾਂ ਪੈ ਰਹੀਆਂ ਅਦਿਆਂ ਵਿੱਚ ਸੰਗ ਬਿਠਾ ਲਏ, ਪਰ ਜਦੋਂ ਅਰਦਾਸ ਹੁੰਦੀ ਹੈ ਤਾਂ ਵਾਹਿਗੁਰੂ ਮਸਾਂ ਹੀ ਨਿਕਲਦਾ ਜ਼ਬਾਨ ਚੋਂ, ਮਸਾਂ ਹੀ। 750 ਕਿਸਾਨ ਸ਼ਹੀਦ ਕਰਾਉਣ ਤੋਂ ਬਾਅਦ ਵੀ ਸਾਡੀ ਉਹੀ ਹਾਲਤ ਹੈ ਜਿਵੇਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸਨ। ਪੁਰਾਣੇ ਬਜ਼ੁਰਗਾਂ ਦੀ ਕਹਾਵਤ ਸੀ, ਉਹ ਕਹਿੰਦੇ ਸਨ ਕਿ ਪੰਚਾਂ ਦਾ ਕਹਿਆ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਫਿਰ ਵੀ ਉੱਥੇ ਦੇ ਉੱਥੇ ਹੀ ਹਾਂ। ਉਹਨੂੰ ਵੋਟ ਪਾਓ ਜਿਹੜਾ ਸਾਡੇ 20-25 ਸਾਲ ਜਿਨ੍ਹਾਂ ਨੇ ਜੇਲਾਂ ਕੱਟ ਲਈਆਂ ਤੇ ਜਿਹੜਾ ਉਹਨਾਂ ਦੇ ਹੱਕ ਦੇ ਵਿੱਚ ਖਲੋਂਦਾ ਹੈ, ਜਿਹੜਾ ਲੀਡਰ ਇਹ ਵਾਅਦਾ ਕਰਦਾ ਹੈ ਕਿ ਮੈਂ ਇਹਨਾਂ ਸਿੰਘਾਂ ਨੂੰ ਜੇਲਾਂ ਦੇ ਵਿੱਚੋਂ ਰਿਹਾ ਕਰਾਊਂਗਾ, ਦੁਨੀਆ ਦਾ ਕੋਈ ਵੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਉਹਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਦਿਨ ਤਾਂ ਕੀ ਉਹਨੂੰ 1 ਮਿੰਟ ਵੀ ਕੋਈ ਅੰਦਰ ਨਹੀਂ ਰੱਖ ਸਕਦਾ। ਸਜ਼ਾ ਪੂਰੀ ਹੋਣ ਤੋਂ ਬਾਅਦ 13 ਸਾਲ ਉੱਪਰ ਵੀ ਹੋ ਗਏ ਤੇ ਫਿਰ ਵੀ ਪਰ ਅਸੀਂ ਉਸ ਬੰਨੇ ਨਹੀਂ ਜਾਣਾ। ਅਸੀਂ ਤੇਰੀ ਆਪਣਾ ਲੀਡਰ ਜਿਤਾਉਣਾ ਤੇ ਆਪਣੇ ਕੰਮ ਕਰਾਉਣੇ ਨੇ, ਬਸ ਇੱਥੇ ਤੱਕ ਸਾਡੀ ਸੋਚ ਹੈ, ਇੱਥੋਂ ਤੱਕ। ਪਰ ਅਸੀਂ ਉਹਨਾਂ ਸ਼ਹੀਦਾਂ ਬਾਰੇ ਵੀ ਉਪਰਾਲਾ ਕਰੀਏ ਜਿਹੜੇ ਲੋਕ ਤੁਹਾਡੇ ਦਵਿੰਦਰਪਾਲ ਸਿੰਘ ਜੀ ਭੁੱਲਰ, ਇਹੋ ਜਿਹੇ ਯੋਧੇ ਜਾਂ ਹੋਰ ਅਨੇਕਾਂ, ਉਹਨਾਂ ਦੀ ਰਿਹਾਈ ਦੇ ਵਾਸਤੇ ਜਿਹੜੇ ਲੀਡਰ ਹਾਂ ਦਾ ਨਾਰਾ ਮਾਰਨ ਨੂੰ ਤਿਆਰ ਨਹੀਂ, ਤੇ ਅਸੀਂ ਉਹਨਾਂ ਨੂੰ ਆਪਣੇ ਆਗੂ ਬਣਾਉਣ ਨੂੰ ਫਿਰਦੇ ਹਾਂ। ਕਿਵੇਂ ਕਰਿਓ? ਮੇਰੇ ਬਾਬੇ ਨੇ ਵੀ ਗੱਲ ਗੁਰਬਾਣੀ ਵਿੱਚ ਕੀਤੀ ਹੈ ਵੀ ਸਮੇਂ ਦੀ ਗੱਲ ਕਰਨੀ ਸਾਡਾ ਫਰਜ਼ ਹੈ। ਮਰਦਾ ਬੰਦਾ ਕਦੋਂ ਹੈ? ਆਪਾਂ ਕਹਿੰਦੇ ਵੀ ਮਰ ਜਾਵਾਂਗੇ, ਸਭ ਨੇ ਮਰ ਜਾਣਾ। ਮਰ ਤਾਂ ਅਸੀਂ ਉਦੋਂ ਹੀ ਜਾਂਦੇ ਹਾਂ ਜਦੋਂ ਅਸੀਂ ਸੱਚ ਬੋਲਣ ਤੋਂ ਕਿਨਾਰਾ ਕਰ ਜਾਂਦੇ ਹਾਂ। ਸਾਡੀ ਮੌਤ ਤਾਂ ਉਹਦੀ ਹੋ ਜਾਂਦੀ ਹੈ। ਵੈਸੇ ਹੀ ਆਪਾਂ ਤੁਰੇ ਫਿਰਦੇ ਹੁੰਦੇ ਹਾਂ ਕਲਬੂਤ ਬਾਹਰੋਂ, ਪਰ ਗੁਰਬਾਣੀ ਇਹ ਕਹਿੰਦੀ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ। ਗੁਰਬਾਣੀ ਆਹ ਜਲੀਲ ਦੀ ਗੱਲ ਕਰਦੀ ਹੈ। ਖੈਰ ਆਪਾਂ ਬੇਨਤੀ ਕਰਦੇ ਸਾਂ ਕਿ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਮੈਂ ਨਾਲੋਂ ਨਾਲ ਸ਼ਬਦ ਤੇ ਨਾਲੋਂ ਨਾਲ ਆਪਾਂ ਇਤਿਹਾਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਮਾਘ ਦਾ ਮਹੀਨਾ ਜਿਹੜਾ ਸ਼ੁਰੂ ਹੋਇਆ, ਇਹ ਸ਼ਬਦ ਇਹ ਪੌੜੀ ਆਪਾਂ ਵਾਚ ਰਹੇ ਹਾਂ। ਤੋ ਸਤਿਗੁਰੂ ਜੀ ਇਹਦੇ ਵਿੱਚ ਕਹਿੰਦੇ ਨੇ ਮਾਘ ਮੱਜਨ ਸੰਗ। ਸੰਗ ਦੇ ਅਰਥ ਹੁੰਦੇ ਨੇ ਨਾਲ, ਸਾਧੂਆਂ। ਸਾਧੂਆਂ ਤੋਂ ਭਾਵ ਗੁਰੂ ਵੀ ਕਹਿ ਲਓ, ਗੁਰੂ ਦੇ ਵੱਲੋਂ ਵਰਸਾਏ ਹੋਏ ਕੋਈ ਸਤਿਪੁਰਸ਼ ਗੁਰਮੁਖ ਜਨ, ਉਹਨਾਂ ਦੀ ਸੰਗਤ ਕਹਿ ਲਓ। ਵੈਸੇ ਸਿੱਖ ਰਹਿਤ ਮਰਜ਼ਾਦਾ ਨੂੰ ਮੈਂ ਕੱਲ ਬੜੀ ਚੰਗੀ ਤਰ੍ਹਾਂ ਪੜ੍ਹਿਆ, ਉਹ ਗੱਲ ਕਦੀ ਮੇਰੇ ਧਿਆਨ 'ਚ ਨਹੀਂ ਸੀ। ਉੱਥੇ ਇਹ ਵੀ ਲਿਖਿਆ ਜੇ ਕੋਈ ਉੱਚੇ ਸੁੱਚੇ ਜੀਵਨ ਵਾਲਾ ਕੋਈ ਸੰਤ ਮਹਾਂਪੁਰਸ਼ ਹੈ, ਉਹਦੀ ਉਦਾਹਰਨ, ਉਹਦਾ ਪ੍ਰਕਰਨ ਤੁਸੀਂ ਲੈ ਸਕਦੇ ਹੋ। ਉੱਚੇ ਸੁੱਚੇ ਜੀਵਨ ਵਾਲਾ ਤੋ ਸਤਿਗੁਰੂ ਜੀ ਕਹਿੰਦੇ ਮਾਘ ਮੱਜਨ ਸੰਗ ਸਾਧੂਆਂ। ਧੂੜੀ ਕਰ ਇਸ਼ਨਾਨ, ਜਿਵੇਂ ਲੋਕ ਤਨ ਦਾ ਇਸ਼ਨਾਨ ਕਰਾਉਣ ਲਈ
प्रयाग ते जाते, तीर्थ ते इशनान करते। मेरे सतगुरु जी कहते शरीर है जिहड़ा अस्थूल है, मन सूक्ष्म है। जे इस सूक्ष्म मन का जिथों तक पानी की पहुंच नहीं, बाणी की पहुंच है, जे तू ਇਹਦਾ इशनान कराउना है ते मेरे सतगुरु जी कहते माघ मज्जन, माघ ते माघ दे घग्गे नूं सिहाईए अर्थ ने माघ दे महीने विच, मज्जन दे अर्थ हुंदे ने चुब्बी इशनान करना। फिर गुरु दियां सिखां इउं कर भी तू माघ महीने दे विच, वैसे तो महीना जिहड़ा मर्जी होवे गुरु उस्तत करनी है, पर सतगुरु जी उस गल वाले इशारा करते हैं जो बहुतात लोग वहमां भरमां दे विच पै के कल्ला बाहरली तौर ते ही इशनान तक सीमित सन। सतगुरु जी कहते माघ मज्जन संग साधुआ, धूड़ी कर इशनान, तन मैले ते पानी स्वच्छ कर देगा। मन ते सुरत मैली है ते फिर गुरु के उपदेश की ओदे उपर बरखा कर, भाव गुरु की बाणी सुन, गुरु की उपदेश रूप धूड़ी के द्वारा अपनी जिहड़ी सुरत है ना ओदा तू इशनान करवा। पातशाह कहंदे माघ मज्जन संग साधुआ, धूड़ी कर इशनान, हर का नाम ध्याए सुन। हरि का नाम तू ध्या, हरि का नाम तू जप, सिर्फ ध्यान तक ही सीमित नहीं। पातशाह जी कहते ओनू सुन, जिहड़ा तू जप रहे है ना वो तू ही सुनना है। ये नहीं भी तू जप रहे पूरा धुआं धार, तू सुनदा नहीं ते ध्यान दूजे वाला भी वो तो वाहिगुरू कहंदा ही नहीं। पातशाह कहते नहीं, हर का नाम ध्याए सुन, पहला ओनू ध्या के फिर अपनी सुरत के द्वारा सुन। सबना नो कर दान, की दान करना? दान करने जिहड़ी गल गुरु की सुनी है, गुरु का उपदेश, गुरमति विचार जो गुरु तो सिखिया वो अगे जाके दस, ये सब तो बड़ा दान है। क्योंकि गुरु की सुनी सिखिया दे नाल पता नहीं किहदा जीवन बदल जाए, उहदे जीवन विच क्रांति, उहदे जीवन विच तब्दीली आ सकती है। इतिहास पक्षों जो सतगुरु धन गुरु गोबिंद सिंह महाराज सच्चे पातशाह जी इधर मालवे की धरती ते आए, पातशाह जी नूं याद कर रहा सी राय कल्ला चौधरी जिहदे नाम ते शहर बसे रायकोट, जगरावा, लुधियाना आदि जिहड़े इस इलाके के सज्जन उन्हां नूं पता। सब तो ज्यादा मालवे की धरती ते 6वें पातशाह ते धन श्री गुरु गोबिंद सिंह साहिब महाराज बचे ने सब तो ज्यादा। तो सतगुरु जी आनंदपुर साहब की धरती तो इधर माछीवाड़े के जंगल, चमकौर साहब की जंग, ये सारा प्रसंग वाकया वापरिया इतिहास तुसीं सुनिया। तो सतगुरु जी इधर राय कल्ले वाल आ रहे ने, आ नहीं रहे। इतिहास ये कहता है सहजे रचो खालसा हरिंदर सिंह महबूब सोहन सिंह सीकर बहुत बड़े विद्वान साड़ी कौम विच होए ने। वैसे जिहड़ा साडा इतिहास है ना वो 3 जाणियां ने लिखिया है। सिखां ने सिर्फ इतिहास बनाया है, सिखां ने इतिहास लिखिया नहीं, ये बाद विच जिहड़े विद्वान ने उन्हां दी मेहनत है। एक साडा इतिहास लिखिया काजियां ने, काजी ने। एक लिखिया साडा इतिहास ब्राह्मण ने, ते एक साडा इतिहास लिखिया गोरियां ने, मैकालफ ने। हुण जिवें जिवें किसी ने पढ़िया ते उन्हें अपने मत के मुताबिक उहदे विच उदां दीयां भी गल्लां लिख दित्तियां जिहदे विच सिखां नूं नीवां करके पेश किया गया। सिखां ने सिर्फ इतिहास बनाया है अपना आप कुर्बान करके। असीं इतिहास जितों लिखना असीं ते घरे पोथी पई होवे ना गुरबाणी की, बाबा जी आ गुट के रख लो गुरुद्वारे, घरे सामभे नहीं जाते। भी दसो भी गुटका ही है छोटा है, भी कोई ट्रक तो नहीं जो कोई जाड़ चाहिए भी छोटा जिहा गुटका जिथे इन्ने कपड़े पए ने, तुहाडे मोबाइल पए ने, एक जगह तुसीं रख लो, उत्थे गुरु साहब दे लितरे दे गुटके पए हैं। उहदा कारण यह है कि असीं पढ़ना नहीं चाहुंदे। गुरबाणी ते वैसी घर विच पई होवे ते बंदा चलो जे ना भी पढ़े ना उहदा आदर सत्कार ते करदा, आउंदा जांदा सीस ते झुकाउंदा ही है।
कि मैं तां अर्ज की कि सिखां ने इतिहास बनाया है, लिखिया है काजी ने, ब्राह्मण ने ते मैकालफ ने, गोरिया ने कह लो। तो जो सतगुरु जी राय कले वाल आ रहे हैं ना, दरअसल ये राय कला चौधरी सी ना है, भावें मुसलमान सरदार सी, पर ये गुरु गोबिंद सिंह महाराज जी का श्रद्धालु बड़ा सी, अंदरों याद कर रहा सी। ਇਹਦੇ ਕੰਨਾਂ ਦੇ ਵਿੱਚ ਕਨਸ਼ੋਰ ਇਹ ਪਈ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਬੱਚੇ ਸ਼ਹੀਦ ਹੋ ਗਏ। ਹੁਣ ਤੇ ਅਜੇ ਤੁਸੀਂ ਵੇਖੀ ਜਾਓ ਕਿ ਸਾਡੇ ਨਾਲ ਹੋਣਾ ਕੀ ਹੈ। ਆ ਗੁਜਰਾਤ ਦੇ ਵਿੱਚ ਇੱਕ ਡਰਾਮਾ ਕੀਤਾ ਉਹਨਾਂ ਨੇ, ਆਰਐਸਐਸ ਵਾਲਿਆਂ ਨੇ ਸਾਹਿਬਜ਼ਾਦਿਆਂ ਨੂੰ ਟੋਪੀਆਂ ਬਣਾ ਕੇ ਪੇਸ਼ ਕੀਤਾ ਗਿਆ। ਟੋਪੀਆਂ ਸਿਰਾਂ ਤੇ ਸਾਹਿਬਜ਼ਾਦਾ ਬਾਬਾ जोरावर सिंह के बाबा फतेह सिंह बना के नाटक, ते फिर वो टोपियां पवा के उन्हां तो उदां ही फतेह बुलाई जाती है, वो कचहरी विच उदां ही आउंदे ने, जिन्हां दी आपां सिफत करदे हां, जिन्हां नूं आपां अजे छड्डण नूं तैयार नहीं, शायद भी ये कौम दा कोई सवाल नहीं, कोई बोलण नूं तैयार नहीं। तो राय कला सिंह जिहड़ा ਇਹਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਬਹੁਤ ਕੁਝ ਤਨ ਪੀੜੇ ਤੇ ਹੰਡਾਇਆ। ਉਹਦੀ ਇੱਛਾ ਹੈ ਕਿ ਜੇ ਕਾਸ਼ ਸਤਿਗੁਰੂ ਜੀ ਇੱਧਰ ਆ ਜਾਣ ਤਾਂ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਉੱਚ ਦੇ ਪੀਰ ਬਣੇ, ਗਨੀ ਖਾਂ ਤੇ ਨਬੀ ਖਾਂ, ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ, ਦਇਆ ਸਿੰਘ, ਤਿੰਨੋਂ ਸਾਥੀ ਨਾਲ ਨੇ। तो सतगुरु सच्चे पातशाह जी फिर इधर ਜਿਹੜਾ ਪ੍ਰਿਥਵੀ ਚੰਦ ਹੈ ਨਾ ਉਹਦੀ ਅੰਸ਼ ਵੰਸ਼ ਵਿੱਚੋਂ ਹੋਇਆ ਸੋਢੀ ਕੌਲ। तो इन्हें सतगुरां दी बड़ी अदब सत्कार दे, एक ही सतगुरां ने जिहड़े नील वस्त्र कपड़े पहने तुरख पठानी अमल किया, इत्थे दे गुरु साहब जी ने वो वस्त्र उतारे सन। इत्थों फिर सोढी कौल ने चिट्टी पोशाक गुरु गोबिंद सिंह महाराज ने भेंट कीती सी, पातशाह तुसीं ये पहन लो। तो सतगुरां ने इत्थे ये भी बचन कहे सी, भाई जिहड़े नीवे ते धीर मलिए ने इन्हां दे नाल तुसीं नहीं वरतना, पर जिहड़े सोढी कौल ने जिहड़े जिहड़े अमृत छक के गुरु वाले बन जाणगे इन्हां दे नाल तुसीं मेल वर्तन रख सकदे हो। सतगुरु जी इत्थे आए तो राय कला चौधरी सतगुरां दे दर्शन करे तो धन गुरु गोबिंद सिंह महाराज सच्चे पातशाह ने कहना, सतगुरु जी बड़ा जुल्म ते अत्याचार होए है, जुल्म दी इंतहा हो गई। पातशाह कहंदे जो तुद भावै साई भली कार तू सदा सलामत निरंकार। पातशाह कहंदे ते जो होना सी वो होना ही सी, ये ते गल सी पहले कह आए हां पहले जामे विच। हुण राय कला बड़े विराग दे नाल बैठा है, कहंदा पातशाह मेरा मन नहीं खड़ोंदा, मेरा दिल करदा है कि मैं किसी साथी नूं सरहंद भेज के साहिबजादियां दी खबर ना मंगा ली। हुण जदों राय कले ने बेनती की पातशाह ने जिवें भाई सेवका तेरी इच्छा है, फिर राय कले ने जिहड़ा ओहदा साथी कह लो नौकर कह लो ओहदा नाम सी नूरा माही, उन्हें आज्ञा लैके वाहोदाही सरहंद पहुंचिया, पैदल ही गया। 3-4 दिन इतिहास कहता है कि 5वें दिन वो वापस आ गया, सारा तुर फिर के वाकया देखिया, उतों सब तो सुनिया भी हकीकत विच वाकई जुल्म होया। कोई मनुख चढ़ाई कर जे जां तुसीं देख लो अपने रिश्तेदार की गल, जदों तुसीं अपने रिश्तेदार नूं दसदे हो ते की तुहाडा मन नहीं भरदा कि तुसीं दुखी नहीं होंदे? आपां गले विचों आवाज नहीं निकलदी ते शब्दां दा जन्म नहीं हुंदा। ये विपता दा समां इदां दा। हुण नूरा माही सारा वाकया देख के आया, बच्चे शहीद होए, इन्ना जुल्म अत्याचार। हुण नूरा माही आता गया पर ओदे तो दस नहीं होया ते धाहा मार मार के कहंदे नूरा माही रोंदा है ते कहण लग्या, हुण सतगुरु सच्चे पातशाह ते जानदे ने जो कुछ होया।
उते आप सतगुरां ने ड्यूटी लगाई सी कि माता जी दोवां नूं तूं तोड़ने सरहंद दीआं दीवारां वल ते दोवां नूं चमकौर दी गढ़ी तो थापड़ा दे के मैं तोड़ांगा। सतगुरु जी चुप ने, एक टिब्बी है क्योंकि मालवा सी, मालवे का इलाका अज भी देखो रेतला है, एक उची जी टिब्बी ते बैठे ने सतगुरु जी ऐदा रेते का टिब्बा लिया हथ दे विच सतगुरां ने एक तीर पकड़िया होया है। सतगुरु हौली हौली उस तीर दे नाल काली दे बूटे नूं ऐदा माड़ा माड़ा करके खुरची जांदे ने ते नूरां माही दसदा पिया है। राय कला भी बड़ा विराग विच आया, सारी उन्हें कहानी दसी जो वापरिया। जो सारा कुछ दस के चुप हो गया नूरा माही ते राय कला भी चुप है ते सतगुरां ने इको दम तीर दी नोक दे नाल काली दा बूटा पुट के तां चुक दिता। तो राय कला हाथ जोड़ के कहता सच्चे पातशाह ये रंग दे पिछे रहस्य की है। उन्होंने पता सी कि सतगुरु जो कर रहे ने ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਲਾਜ਼ਮੀ ਹੁੰਦਾ ਹੈ। तो सतगुरु ने वो काली के बूटे ਨੂੰ ਪੁੱਟ ਕੇ ਤਾਂ ਚੁੱਕਿਆ। सतगुरु जी ਕਹਿ लगे जुल्म राज दी सरकार दी जड़ टुटी गई, मुसलमानों दी नहीं। एकदम कहते राय कला ठठंबर गया, कहना बादशाह मैं भी ते मुसलमान हाँ। सतगुरु कहते असीं ते मुसलमान आखे ही नहीं, असीं ते आखे जुल्म राज दी मुगलों की जड़ टुटी गई। ते धन गुरु गोबिंद सिंह महाराज सच्चे पातशाह कहते ये हकीकत है। जदों सरकार जुल्म की इंतहा कर देन, हुण मैं कुछ नहीं कहना, तुहानूं अपने भी पता लग जाना। जदों जुल्म की इंतहा हो जाए, बहुत ज्यादा जुल्म ते अत्याचार हो जान ते बाकी वो सरकार दी जड़ां टुटियां जांदियां ने, वो दोबारा नहीं फिर कभी सुरजीत होंदियां। ये गुरु गोबिंद सिंह महाराज सच्चे पातशाह कहने लगे ये अकाल पुरख नूं यही पाउंदा है कि ये मुगल राज की सरकार की जड़ टुटी गई। बस कुछ महीनों की गल है, सिर्फ ते सिर्फ मलेर कोटला आबाद रहेगा। क्योंकि नूरे माही ने दसिया सी ना सतगुरां नूं पातशाह जानते सन कि जी उस भरी सभा दे विच सिर्फ ते सिर्फ इक्को ही मर्द सी, वो सी शेर मुहम्मद खान मलेर कोटले वाला। जैसा उसका नाम सी उदा भी उन्हें नारा मारिया ते सतगुरु ने आख्या सिर्फ मलेर कोटला आबाद रहेगा। क्योंकि बाबा बंदा सिंह बहादुर ने पानीपत करनाल सरहंद जिन्ना कुछ सब नासतो नाबूद बाबा बंदा सिंह बहादुर ने आ जिहड़ियां जट्टां जिमीदारां दे कोल ज़मीनां ने ना अपने कोल, ये सारी की सारी देन बाबा बंदा सिंह बहादुर दी है। चाइना वाले अज भी कहते सिख आउण अपनी जमीन लै जाण, पर कहते इन्हां नूं नहीं सी समझ दिंदे, ये है ही सिखां दी, कहते जो मर्जी लै लैण। खैर ये बेनती कर लगा धन गुरु गोबिंद सिंह महाराज सच्चे पातशाह फिर इथों आराम होए। अगे जिहड़ा राय योध सी ना, ये गुरु सर महराज दी जिहड़ी जंग सी, धन गुरु हरगोबिंद सिंह महाराज जी दा श्रद्धालु है राय योध ते ਇਹਦੇ ਅੱਗੇ ਪੋਤਰੇ ਸਨ ਦੋ ਲਖਮੀਰ ਤੇ ਸ਼ਮੀਰ। ਕਿਉਂਕਿ ਰਾਏ ਯੋਧ ਨੇ ਕਾਂਗੜ ਪਿੰਡ ਵਸਾਇਆ ਸੀ, ਦੀਨਾ ਕਾਂਗੜ ਤੋਂ ਨੇੜੇ ਨੇੜੇ ਪਿੰਡ ਨੇ। ਕਿਤੇ ਤੁਸੀਂ ਮਾਲਵੇ ਵਿੱਚ ਜਾਓ ਨਾ, ਵੈਸੇ ਤੇ ਸਰਸੇ ਵਾਲੇ ਸਾਧ ਦਾ ਜਿਹੜਾ ਡੇਰਾ ਨਾ ਉਸ ਬੰਨੇ ਅਸੀਂ ਜਾਦੇ ਜਾਂਦੇ ਹਾਂ। ਇੱਥੇ ਵੀ ਸਾਡੇ ਅਮਰੀਕਾ ਵਿੱਚ ਵੀ ਲਿਆ ਕੇ ਕਈਆਂ ਘਰਾਂ 'ਚ ਫੋਟੋਆਂ ਉਹਦੀਆਂ ਟੰਗੀਆਂ, ਤੁਸੀਂ ਫੋਟੋਆਂ ਟੰਗੀਆਂ ਉੱਥੇ ਉਹਨਾਂ ਨੇ ਉਹਨੂੰ ਟੰਗ ਦਿੱਤਾ। ਆਖੋ ਸਤਨਾਮ ਦੀ ਵਾਰ। इसलिए अजे इत्थे तां आपां हुण आजाद मुल्क च बैठे हां, हुण तां गुरु दा भै ते गुरु दे बण के तुर पो। मालवे विच जदों तुसीं जाओगे ना, बड़े इतिहासक स्थान ने, ढिलवी पिंड नालों मैं बेनती करा प्रसंग काफी लंबा है। तो सतगुरु गुरु हरगोबिंद सिंह महाराज की सेवा की सी राय जोध ने। ਇਹਦੇ पोतरे सन लखमीर ते शमीर। राय जोध ने कांगड़ पिंड वसाया सी ते कांगड़ों उठ के दीने आ गए सन जिथे गुरु गोबिंद सिंह महाराज ने जफरनामा लिखिया। वो जफरनामा क्यों, का कारण की सी, मैं कोशिश करूंगा कि मैं ना भुलिया था क्योंकि प्रसंग काफी बरीकी वाला। तो सतगुरु गुरु गोबिंद सिंह महाराज सच्चे पातशाह फिर इथों
ਰਾਏਕੋਟ ਤੋਂ ਜਿਵੇਂ ਹੋਰ ਬੜਾ ਇਲਾਕਾ ਹੈ, ਇੱਥੇ ਭਗਤਾ, ਭਾਈਕਾ, ਭਦੌੜ, ਸੀਲੋਵਾੜੀ, ਰਾਮੇਆਣਾ ਬੜੇ ਨਗਰ ਨੇ, ਬਾਜਾਖਾਨਾ ਆਦਿ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਆਏ ਨਾ ਇੱਥੇ, ਥੋੜਾ ਟਾਈਮ ਕਾਂਗੜ ਦੀਨੇ ਜਦੋਂ ਪਹੁੰਚੇ ਤਾਂ ਲਖਮੀਰ ਤੇ ਸ਼ਮੀਰ ਦੋਵੇਂ ਭਰਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਏ। ਕਹਿੰਦੇ ਸੱਚੇ ਪਾਤਸ਼ਾਹ ਕੋਈ ਸੇਵਾ ਦੱਸੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਸਮਾਂ ਆਏਗਾ ਤੇ ਸੇਵਾ ਵੀ ਦੱਸਾਂਗੇ। ਇਤਿਹਾਸ ਕਹਿੰਦਾ ਵੀ ਸਤਿਗੁਰਾਂ ਦੇ ਨਾਲ ਤਿੰਨ ਹੀ ਸਿੰਘ ਨੇ, ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਤੇ ਧਰਮ ਸਿੰਘ, ਚੌਥੇ ਸਤਿਗੁਰੂ ਆਪ ਨੇ। ਪਾਤਸ਼ਾਹ ਦੇ ਕੋਲ ਕੁਝ ਵੀ ਨਹੀਂ, ਘੋੜਾ ਵੀ ਗੁਰੂ ਦੇ ਕੋਲ ਹੀ, ਘੋੜਾ ਵੀ ਜਿਹੜਾ ਕਪੂਰਾ ਚੌਧਰੀ ਹੈ ਨਾ, ਇਹ ਗੁਰੂ ਨੂੰ ਦੇਣਾ ਹੈ। ਪਰ ਸਤਿਗੁਰੂ ਜਦੋਂ ਇਸ ਇਲਾਕੇ ਵਿੱਚ ਆਏ ਤੇ ਇਸ ਇਲਾਕੇ ਦੇ ਜਿੰਨੇ ਵੀ ਮਲਵਈ ਲੋਕ ਸਨ, ਜਿਵੇਂ ਜਿਵੇਂ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਤੇ ਸਾਹਿਬਜ਼ਾਦਿਆਂ ਦੇ ਨਾਲ ਮੁਗਲਾਂ ਨੇ ਬਹੁਤ ਜ਼ੁਲਮ ਕੀਤਾ ਹੈ, ਤੇ ਜਿਹੜੇ ਮਲਵਈ ਲੋਕ ਸਨ ਮਾਲਵੇ ਦੇ, ਉਹਨਾਂ ਦੇ ਅੰਦਰ ਬੜਾ ਰੋਹ ਤੇ ਗੁੱਸਾ। ਭਾਵੇਂ ਦਿਨ ਉਹਨਾਂ ਦੇ ਕੰਮਾਂ ਕਾਰਾਂ ਦੇ ਸਨ, ਫਿਰ ਵੀ ਸਤਿਗੁਰਾਂ ਦੇ ਕੋਲ ਚੱਲ ਕੇ ਆਏ, ਅੰਮ੍ਰਿਤ ਛਕ ਕੇ ਗੁਰੂ ਕੇ ਸਿੰਘ ਬਣੇ, ਗੁਰੂ ਵਾਲੇ ਬਣ ਗਏ ਤੇ ਏਦਾਂ ਹੌਲੀ ਹੌਲੀ ਗੁਰੂ ਦੀ ਫੌਜ ਵੱਧਦੀ ਗਈ। ਸਤਿਗੁਰੂ ਜੀ ਜਦੋਂ ਇੱਥੇ ਦੀਨੇ ਪਿੰਡ ਬੈਠੇ ਨੇ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਸਿੱਖ ਨੇ ਚਿੱਟੇ ਰੰਗ ਦੀ ਬੜੀ ਸੋਹਣੀ ਪੁਸ਼ਾਕ ਭੇਟ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਾਗੇ ਸ਼ਮੀਰ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਸ਼ਮੀਰ ਆ ਪੁਸ਼ਾਕ ਪਹਿਨ ਕੇ ਨਾ ਤੂੰ ਘੋੜੇ ਤੇ ਚੜ ਕੇ ਆਲੇ ਦੁਆਲੇ ਸਾਰੇ ਜਿੱਥੋਂ ਤੱਕ ਤੇਰਾ ਜੀ ਕਰਦਾ ਹੈ ਤੂੰ ਗੇੜਾ ਦੇ ਦੇ। ਇਹ ਸਾਰੀ ਬਾਦਸ਼ਾਹੀ ਤੇ ਇਹ ਸਾਰੀ ਜ਼ਮੀਨ ਜਾਇਦਾਦ ਇਹ ਸਭ ਕੁਝ ਤੇਰਾ ਹੀ ਹੈ। ਹੁਣ ਜਦੋਂ ਸ਼ਮੀਰ ਕਹਿੰਦੇ ਸਤਿਗੁਰਾਂ ਦਾ ਬਚਨ ਮੰਨਿਆ, ਪੁਸ਼ਾਕ ਪਹਿਨੀ ਹੀ ਪੁਸ਼ਾਕ ਚੁੱਕ ਲਈ, ਘਰੇ ਜਦੋਂ ਪਹੁੰਚਿਆ, ਘਰੇ ਜਾ ਕੇ ਆਪਣੇ ਮਾਮੇ ਲੱਖੂ ਨੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਪੁਸ਼ਾਕ ਦਿੱਤੀ ਹੈ, ਮੈਨੂੰ ਸਰੋਪਾ ਦਿੱਤਾ ਹੈ। ਤੇ ਜਿਹੜਾ ਇਹਦਾ ਮਾਮਾ ਸੀ ਨਾ ਲੱਖੂ, ਉਹ ਅੱਗੋਂ ਖਚਰੀ ਜੀ ਹੱਸ ਕੇ ਕਹਿੰਦਾ ਲੈ ਪੁਸ਼ਾਕ ਹੀ ਦਿੱਤੀ ਹੈ, ਇਹਦੇ ਨਾਲ ਕੀ ਹੋਣਾ। ਤੇ ਸ਼ਮੀਰ ਉਸ ਵਕਤ ਸੰਗਦਾ ਹੋਇਆ ਕੁਝ ਨਹੀਂ ਬੋਲਿਆ। ਨਾਲ ਇਹ ਵੀ ਕਹਿ ਦਿੱਤਾ, ਕਹਿੰਦਾ ਮਾਮੇ ਗੁਰੂ ਇਹ ਵੀ ਕਹਿੰਦਾ ਵੀ ਘੋੜੇ ਤੇ ਚੜ ਕੇ ਸਾਰੇ ਆਲੇ ਦੁਆਲੇ ਗੇੜਾ ਦੇ ਦੇ, ਇਹ ਸਾਰੀ ਜ਼ਮੀਨ ਜਾਇਦਾਦ ਤੇਰੀ ਹੈ। ਤੇ ਮਾਮਾ ਕੋ ਨਾਸਤਕ ਸੀ, ਉਹ ਕਹਿੰਦਾ ਲੈ ਘੋੜੇ ਤੇ ਗੇੜਾ ਦੇਣਾ, ਤੇਰੀ ਜ਼ਮੀਨ ਕਿੱਥੋਂ ਬਣ ਜੂ। ਉਹਨੂੰ ਭਰੋਸਾ ਨਹੀਂ ਸੀ। ਹੁਣ ਜਦੋਂ ਕੋਈ ਬੰਦਾ ਏਦਾਂ ਦੀ ਗੱਲ ਕਰੇ, ਬੰਦੇ ਦੀ ਅੱਧੀ ਕੀ ਸ਼ਰਤ ਸੁਭਾਵਕ ਹੈ, ਛਿੜਕ ਜਾਂਦੀ, ਭਾਵੇਂ ਨਾ ਬੋਲੇ, ਗੁਰੂ ਤੇ ਸ਼ੱਕ ਹੋ ਜਾਂਦਾ। ਸੋਹਣ ਸਿੰਘ ਸੀਤਲ ਜੀ ਲਿਖਦੇ ਨੇ, ਕਹਿੰਦੇ ਨੇ ਪੁਸ਼ਾਕ ਚੱਕੀ, ਘੋੜੇ ਤੇ ਬਹਿ ਗਿਆ, ਜਦੋਂ ਰਾਤ ਦਾ ਸਮਾਂ ਹੋਇਆ ਨਾ, ਚੋਰੀਆਂ ਦੀ ਗੇੜਾ ਦੇਤਾ, ਪੁਸ਼ਾਕ ਫਿਰ ਵੀ ਨਾ ਪਾਈ। ਸੁਬਾਹ ਹੋਈ ਤੇ ਦੀਵਾਨ ਸਜਿਆ, ਜਦੋਂ ਗੁਰੂ ਸਾਹਿਬ ਜੀ ਦਰਬਾਰ ਵਿੱਚ ਪਹੁੰਚਿਆ, ਜਾਣੀ ਜਾਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅੱਗੋਂ ਸੰਗਦਾ ਜਾਂ ਆ ਰਹੇ ਹੈ। ਸਤਿਗੁਰੂ ਜੀ ਕਹਿਣ ਲੱਗੇ, ਓਏ ਸ਼ਮੀਰ, ਬਾਦਸ਼ਾਹੀਆਂ ਮਿਲ ਜਾਣੀਆਂ ਸੀ, ਪਰ ਲੋਕ ਲਾਜ ਕਰਕੇ ਕਹਿੰਦੇ ਬਾਦਸ਼ਾਹੀਆਂ ਤੋਂ ਅਵੇਸਲਾ ਰਹਿ ਗਿਆ, ਹੁਣ ਨਹੀਂ ਇਹ ਤੁਹਾਨੂੰ ਮਿਲਣੀਆਂ। ਗੁਰੂ ਸਾਹਿਬ ਜੀ ਨੇ ਲਖਮੀ ਸ਼ਮੀਰ ਨੂੰ ਇੱਕ ਤਲਵਾਰ ਵੀ ਦਿੱਤੀ ਸੀ, ਕੁਝ ਸਮਾਂ ਦੀ ਅੰਸ ਬੰਸ ਨੇ ਸਾਂਭ ਕੇ ਰੱਖੀ, ਪਰ ਉਸ ਤੋਂ ਬਾਅਦ ਇਹਨੇ ਅਦਬ ਸਤਕਾਰ ਨਹੀਂ ਰੱਖਿਆ ਇਹਨਾਂ ਦੀ ਅੰਸ ਬੰਸ ਨੇ। ਇਹ ਇਸੇ ਇਲਾਕੇ ਦੀਆਂ ਬੜੀਆਂ ਘਟਨਾਵਾਂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਇੱਥੋਂ ਜਦੋਂ ਥੋੜੀ ਦੂਰ ਅੱਗੇ ਗਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੇਖਿਆ ਜਿਹੜੇ ਮੱਝਾਂ ਗਾਵਾਂ ਚਾਰਨ ਵਾਲੇ ਆਦਮੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਇੱਕ ਨੂੰ ਕਹਿਣ ਲੱਗੇ, ਬਾਗੀ ਨੂੰ, ਕਹਿੰਦੇ ਭਾਈ ਅਸੀਂ ਮੇਰੇ ਸਮੇਤ 4 ਜਾਣੇ ਆ, ਦੋਧੀ ਸ਼ਿਕਾਰੇ ਭੁੱਖ ਲੱਗੀ ਹੈ। ਹੁਣ ਉਹਦੀਆਂ ਮੱਝਾਂ ਵਧੀਆ ਲਵੇੜੀਆਂ ਸੀ, ਦੁੱਧ ਵਾਲੀਆਂ। ਜਦੋਂ ਸਤਿਗੁਰਾਂ ਨੇ ਆਖਿਆ ਦੁੱਧ ਛਕਾ ਦਿਓ, ਤੇ ਉਹਨੇ ਵੀ ਅੱਗੋਂ ਮਸ਼ਕਰੀ ਜੀ ਦੇ ਨਾਲ ਕਹਿੰਦਾ ਜੀ ਇਹ ਮੱਝਾਂ ਤਾਂ ਤੋਕੜ ਨੇ, ਦੁੱਧ ਨਹੀਂ ਦਿੰਦੀਆਂ ਸਨ ਦੁੱਧ, ਇਹ ਤਾਂ ਦੁੱਧ ਨਹੀਂ ਦਿੰਦੀਆਂ, ਤੇ ਇੱਕ ਪਿੱਛੇ ਆ ਰਿਹਾ ਹੈ, ਉਹਦੇ ਤੋਂ ਲੈ ਲਿਓ ਦੁੱਧ।
ਇਉਂ ਨਿਸ਼ਬਦਕ ਵਿਰਤੀ ਨਾਲ ਜਦੋਂ ਆਖਿਆ, ਉਹ ਅੱਗੇ ਚਲੇ ਗਿਆ ਤੇ ਜਿਹੜਾ ਪਿੱਛੋਂ ਆ ਰਿਹਾ ਸੀ ਨਾ, ਸਤਿਗੁਰੂ ਕਹਿੰਦੇ ਭਾਈ ਦੁੱਧ ਛਕਾ ਦੇ। ਉਹਨੇ ਨਹੀਂ ਝੂਠ ਬੋਲਿਆ। ਉਹ ਕਹਿੰਦਾ ਮਹਾਰਾਜ ਇਹ ਤੋਕੜ ਮੱਝਾਂ, ਇਹਨਾਂ ਦੇ ਪੱਲੇ ਦੁੱਧ ਕਿੱਥੇ, ਅਜੇ ਪਤਾ ਨਹੀਂ ਕਦੋਂ ਸੂਣਾ ਇਹਨਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਕਿ ਆਹ ਜਿਹੜਾ ਲੋਟਾ ਹੈ ਨਾ, ਇਹ ਲੋਟਾ ਥੱਲੇ ਕਰਕੇ ਤੂੰ ਦੁੱਧ ਚੋ। ਕਹਿੰਦਾ ਜੀ ਇਹਦੇ ਵਿੱਚ ਗਲੀਆਂ ਬੜੀਆਂ। ਸਤਿਗੁਰੂ ਕਹਿੰਦੇ ਬਚਨ ਤਾਂ ਮਨ, ਜੇ ਕੋ ਬਚਨ ਕਮਾਵੇ ਸੰਤਨ ਦਾ। ਬੰਦਿਆਂ ਦੀ ਗੱਲ ਤੇ ਭਰੋਸਾ ਕਰ ਰਹੇ ਆ, ਗੁਰੂ ਦੀ ਗੱਲ ਤੇ ਕਦੋਂ ਕਰਾਂਗੇ? ਬੰਦੇ ਦੀ ਗੱਲ ਤੇ ਕਦੀ ਕਿੰਤੂ ਨਹੀਂ ਕਰਦੇ। ਪਤਾ ਹੁੰਦਾ ਵੀ ਰਿਸ਼ਤੇਦਾਰੀ, ਲੋਕ ਲਾਜ, ਗਾਂ ਦੀ ਗਾਂ, ਮਨ ਫੇਰ ਵੀ ਨਹੀਂ ਮੰਨਦਾ, ਫਿਰ ਵੀ ਕਹਿੰਦੇ ਹਾਂ ਗੱਲ ਤਾਂ ਠੀਕ ਹੋਣੀ ਹੈ, ਫਿਰ ਵੀ ਇਦਾਂ ਹੀ ਕਹਿ ਦਿੰਦੇ। ਪਰ ਕਹਿੰਦੇ ਉਹਨੇ ਵਚਨ ਮੰਨਿਆ। ਉਹਨੇ ਜਿਹੜਾ ਉਹ ਜਿਹਨੂੰ ਗੰਗਾ ਸਾਗਰ ਦੇ ਫਰੀਦੋਂ ਵੀ ਆਇਆ ਸੀ, ਤੁਹਾਨੂੰ ਪਤਾ ਵੀ ਅੰਸ-ਬੰਸ ਦੇ ਜਿਹੜੇ ਹਨ ਉਹ ਲੈ ਕੇ ਆਏ ਸਨ। ਚਲੋ ਆਪਾਂ ਕਿਸ ਤਰੀਕੇ ਨਾਲ ਲੈਣੇ ਵੱਖਰੀ ਗੱਲ ਹੈ। ਉਹ ਉਹੀ ਗੰਗਾ ਸਾਗਰ ਸੀ ਲੋਟਾ। ਜਦੋਂ ਥੱਲੇ ਕੀਤਾ, ਅੱਜ ਵੀ ਉਹਦੇ ਵਿੱਚ ਸ਼ੇਰ ਨੇ, ਅੱਜ ਵੀ ਉਹ ਜਦੋਂ ਥੱਲੇ ਕੀਤਾ, ਦੁੱਧ ਚੋਇਆ ਤੇ ਦੁੱਧ ਦੀ ਇੱਕ ਬੂੰਦ ਵੀ ਥੱਲੇ ਨਹੀਂ ਗਈ, ਇੱਕ ਬੂੰਦ ਵੀ। ਗੁਰੂ ਸਾਹਿਬ ਜੀ ਨੇ ਉਹ ਦੁੱਧ ਛਕਿਆ ਤੇ ਉਹਨੂੰ ਨਿਵਾਜਿਆ। ਇਹ ਤਾਂ ਬੇਨਤੀ ਕਰਾਂਗੇ ਸਤਿਗੁਰੂ ਜੀ ਤੋਂ ਹੌਲੀ ਹੌਲੀ ਮਾਲਵੇ ਵਿੱਚ ਕਈ ਲਗਾਤਾਰ ਮਹੀਨੇ ਵਿਚਰੇ। ਉੱਥੇ ਨੌਜਵਾਨਾਂ ਨੂੰ ਗੁਰੂ ਸਾਹਿਬ ਜੀ ਨੇ ਪ੍ਰੇਰਨਾ ਕੀਤੀ, ਬਾਣੀ ਗੁਰਮਤਿ ਵਿਚਾਰਾਂ ਅੰਮ੍ਰਿਤ ਛਕਾਇਆ। ਸਿੰਘ ਸਜੇ, ਕਈ ਲੋੜਵੰਦ ਸਨ, ਉਹ ਤਨਖਾਹ ਤੇ ਵੀ ਭਰਤੀ ਹੋ ਗਈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇੱਥੇ ਦੀਨਾ ਕਾਂਗੜ ਦੋ ਪਿੰਡ ਨੇ ਬਿਲਕੁਲ ਲਾਗੇ ਨੇੜੇ ਨੇ। ਤੋ ਇੱਥੇ ਦੀਨੇ ਦੀ ਧਰਤੀ ਤੇ ਸਤਿਗੁਰਾਂ ਨੇ ਜਿਹੜਾ ਜ਼ਫਰਨਾਮਾ ਸੀ ਨਾ, ਜ਼ਫਰਨਾਮਾ ਸਤਿਗੁਰਾਂ ਨੇ ਜਿਹੜੀ ਔਰੰਗਜ਼ੇਬ ਦੀ ਚਿੱਠੀ ਸੀ ਨਾ, ਇਤਿਹਾਸਕਾਰ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੇ ਸੀ ਉਹ ਚਿੱਠੀ। ਉਹ ਚਿੱਠੀ ਕਿਹੜੀ ਸੀ? ਜਿਹਦੇ ਉੱਪਰ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਲਿਖੀਆਂ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹੜਾ ਜ਼ਫਰਨਾਮਾ, ਉਹ ਔਰੰਗਜ਼ੇਬ ਦੀ ਚਿੱਠੀ ਦੀ ਟ੍ਰਾਂਸਲੇਸ਼ਨ ਹੀ ਕੀਤੀ ਹੋਈ ਆ, ਤਾਂ ਉਤਾਰੇ ਕੀਤਾ ਹੋਇਆ ਸਤਿਗੁਰਾਂ ਨੇ। ਜ਼ਫਰਨਾਮਾ ਜਿੱਤ ਦੀ ਚਿੱਠੀ, ਜਿਹਦੇ ਵਿੱਚ ਤੁਸੀਂ ਪੜ੍ਹਦੇ ਹੀ ਹੋ, ਬੜੀ ਸ਼ਬਦਾਵਲੀ ਭਾਵੇਂ। ਉਹ ਦਰਅਸਲ ਸਤਿਗੁਰਾਂ ਨੇ ਫਾਰਸੀ ਵਿੱਚ ਕਿਉਂ ਲਿਖੀ ਸੀ? ਤੁਸੀਂ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੰਨੇ ਵਿਦਵਾਨ ਸਨ। ਫਾਰਸੀ ਵਿੱਚ ਤਾਂ ਲਿਖੀ ਸੀ, ਇੱਥੇ ਜੇ ਤੁਸੀਂ ਕਿਸੇ ਗੋਰੇ ਨਾਲ ਗੱਲ ਕਰਨੀ ਹੋਵੇ, ਪੰਜਾਬੀ ਚ ਤਾਂ ਨਹੀਂ ਕਰਦੇ, ਇੰਗਲਿਸ਼ ਹੀ ਕਰੋਗੇ ਤਾਂ ਹੀ ਸਮਝਣਾ ਹੋਣੀ। ਹੁਣ ਸਤਿਗੁਰਾਂ ਨੂੰ ਪਤਾ ਵੀ ਔਰੰਗਜ਼ੇਬ ਪੰਜਾਬੀ ਨਹੀਂ, ਔਰੰਗਜ਼ੇਬ ਫਾਰਸੀ ਪੜ੍ਹਦਾ ਹੈ। ਜੇ ਚਿੱਠੀ ਪੰਜਾਬੀ ਵਿੱਚ ਲਿਖ ਦਿੰਦੇ ਉਹਦੇ ਪੱਲੇ ਕੀ ਪੈਣਾ ਸੀ? ਸਤਿਗੁਰਾਂ ਨੇ ਉਹ ਫਿਰ ਜ਼ਫਰਨਾਮਾ, ਉਹ ਜੋ ਨੇ ਕੁਰਾਨ ਸ਼ਰੀਫ ਵਿੱਚ ਕਸਮਾਂ ਖਾਧੀਆਂ ਝੂਠੀਆਂ, ਜੋ ਨੇ ਵਾਅਦੇ ਕੀਤੇ, ਮੇਰੇ ਸਤਿਗੁਰਾਂ ਨੇ ਸਾਰੇ ਜ਼ਫਰਨਾਮੇ ਦੇ ਵਿੱਚ ਉਹ ਬਿਆਨ ਕੀਤੇ ਵੀ ਤੂੰ ਇੰਨੀ ਕਰਤੂਤ ਦਾ ਮਾਲਕ ਹੈ, ਤੂੰ ਕਹਿੰਦਾ ਮੈਂ ਬੜਾ ਵੱਡਾ ਔਰੰਗਜ਼ੇਬ। ਉੱਥੇ ਲਿਖਿਆ ਸਤਿਗੁਰਾਂ ਨੇ, ਕਾਮਲ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ੋ, ਰਾਜ ਕੁਰਹਾ ਕੁਲ ਰਹੀਮ, ਨਾ ਸਾਜੋ ਨਾ ਬਾਜੋ ਨਾ ਪੌਜੋ ਨਾ ਬਰਸ, ਖੁਦਾਵੰਦ ਬਖਸ਼ੰਦੇਈ ਐਸ਼ੋ ਅਰਸ਼। ਇਹ ਲਫ਼ਜ਼ ਸਤਿਗੁਰਾਂ ਨੇ ਲਿਖੇ। ਜਿਵੇਂ ਜਿਵੇਂ ਲਿਖਦੇ ਜਾਂਦੇ ਨੇ, ਕਹਿੰਦੇ ਉਹ ਸਾਰਾ ਕੁਝ ਜਦੋਂ ਔਰੰਗਜ਼ੇਬ ਨੇ ਪੜ੍ਹਿਆ, ਸਤਿਗੁਰੂ ਜਿੱਥੇ ਤਲਵਾਰ ਤੇ ਸ਼ਮਸ਼ੀਰ ਦੇ ਧਨੀ ਸਨ, ਸਤਿਗੁਰੂ ਜੀ ਉੱਥੇ ਕਲਮ ਦੇ ਵੀ ਬਹੁਤ ਧਨੀ ਸਨ। ਇੱਥੋਂ ਫਿਰ ਸਤਿਗੁਰਾਂ ਨੇ ਇਤਿਹਾਸ ਕਹਿੰਦੇ ਭਾਈ ਦਇਆ ਸਿੰਘ ਨੂੰ, ਧਰਮ ਸਿੰਘ ਨੂੰ ਜੋ ਉਹ ਚਿੱਠੀ ਲਿਖੀ ਅਹਿਮਦਾਬਾਦ ਔਰੰਗਾਬਾਦ, ਉੱਥੇ ਔਰੰਗਜ਼ੇਬ ਨਹੀਂ ਸੀ। ਜਦੋਂ ਪੜ੍ਹੀ ਤੇ ਉਹਦੀ ਮੌਤ ਹੋ ਗਈ ਸੀ। ਖੈਰ ਇਹ ਅਲੱਗ ਵਿਸ਼ਾ। ਪਰ ਸਤਿਗੁਰੂ ਜੀ ਫਿਰ ਇੱਥੋਂ ਗੁਰਦੇਵ ਪਿਤਾ ਜੀ, ਕਿਉਂਕਿ ਵਜੀਦੇ ਵਿੱਚ ਚਿੱਠੀ ਲਿਖੀ ਲਖਮੀਰ ਤੇ ਸ਼ੀਰ ਨੂੰ, ਹੋਰ ਉਹਦੇ ਵਿੱਚ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਕਾਰ ਦਾ ਬਾਗੀ ਹੈ, ਤੁਸੀਂ ਉਹਨੂੰ ਆਪਣੇ ਘਰੇ ਰੱਖਿਆ, ਤੁਸੀਂ ਵੀ ਸਰਕਾਰੀ ਜੇ ਗੁਰੂ ਨੂੰ ਸਾਡੇ ਹਵਾਲੇ ਕਰ ਦਿਓ, ਨਹੀਂ ਤੇ ਅਸੀਂ ਤੁਹਾਨੂੰ ਵੀ ਬਾਗੀ ਗਰਦਾਨਾਂਗੇ। ਤੇ ਅੱਗੋਂ ਲਖਮੀਰ ਤੇ ਸ਼ਬੀਰ ਨੇ ਆਪਣਾ ਅਕੀਦਾ ਦਿਖਾਉਂਦਿਆਂ ਹੋਇਆਂ ਇਹ ਗੱਲ ਕਹੀ, ਕਹਿਣ ਲੱਗੇ ਵੇਖ ਵਜੀਦਿਆ, ਜੇ ਤੇਰੇ ਘਰੇ ਤੇਰਾ ਪੀਰ ਆਵੇ ਕਿ ਤੂੰ ਘਰੋਂ ਕੱਢ ਦੇਗਾ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਪੀਰ ਨੇ, ਸਾਡੇ ਮੁਰਸ਼ਿਦ ਨੇ। ਇਹ ਸਰਕਾਰ ਦਾ ਕੁਝ ਨਹੀਂ ਵਿਗਾੜ ਰਹੇ, ਜਿੰਨਾ ਚਿਰ ਅਸੀਂ ਆ ਇਹ ਉਹਨਾਂ ਚਿਰ ਸਾਡੇ ਕੋਲ ਹੀ ਰਹਿਣਗੇ।
ਪਰ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਫਿਰ ਇੱਥੇ ਲਖਮੀ ਸ਼ਰੀਰ ਤੋਂ ਅੱਗੇ ਚਾਲੇ ਪਾਏ, ਕਹਿਣ ਲੱਗੇ ਕਿ ਘਣਾ ਜੰਗਲ ਸੰਘਣਾ ਵਸੋਂ ਵੀ ਹੈ ਇੱਥੇ। ਪਾਤਸ਼ਾਹ ਕਹਿੰਦੇ ਭਾਈ ਜੇ ਇੱਥੇ ਜੰਗ ਜਦੋਂ ਹੋਇਆ ਤਾਂ ਤੁਹਾਡਾ ਵੀ ਤੇ ਲੋਕਾਂ ਦਾ ਵੀ ਨੁਕਸਾਨ ਹੋਣਾ ਹੈ। ਸਤਿਗੁਰੂ ਜੀ ਵੇਖੋ ਕਿੰਨੀ ਉਹਨਾਂ ਦੀ ਲੰਬੀ ਤੇ ਦੂਰ ਅੰਦੇਸ਼ੀ ਹੈ ਕਿ ਜੇ ਜੰਗ ਜਦੋਂ ਹੋਵੇ ਤੇ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ। ਸਤਿਗੁਰੂ ਜੀ ਫਿਰ ਇੱਥੋਂ ਫਿਰ ਕੋਟਕਪੂਰੇ ਪਹੁੰਚੇ। ਇਹ ਜਿਹੜਾ ਕਪੂਰਾ ਚੌਧਰੀ ਸੀ ਨਾ, ਇਹਦੇ ਕੋਲ ਬਹੁਤ ਵੱਡਾ ਕਿਲਾ ਸੀ। ਸਤਿਗੁਰੂ ਜੀ ਇੱਥੇ ਆਏ, ਕਪੂਰੇ ਨੇ ਬੜੀ ਆਓ ਭਗਤ ਕੀਤੀ। 84 ਪਿੰਡਾਂ ਦਾ ਇਹ ਚੌਧਰੀ ਮਾਲਕ ਸੀ ਕਪੂਰਾ। ਬੜਾ ਧਨਵਾਨ ਬੰਦਾ, ਬੜੇ ਇਹਦੇ ਵੱਡੇ ਵੱਡੇ ਬਰਾੜ ਸਾਥੀ, ਬਹੁਤ ਬੜੀ ਫੌਜ ਇਹਦੇ ਕੋਲ। ਕਲਗੀਧਰ ਦਸ਼ਮੇਸ਼ ਪਿਤਾ ਦੇ ਕੋਲ ਆਇਆ। ਇਹਨੇ ਢੇਲਵੀਂ ਪਿੰਡ ਪਹੁੰਚ ਕੇ ਆਪਣੇ ਪੁੱਤਰਾਂ ਨੂੰ ਤੇ ਪੋਤਰਿਆਂ ਨੂੰ ਅੰਮ੍ਰਿਤ ਦੀ ਦਾਤ ਵੀ ਲਈ। ਸ਼ਰਧਾਵਾਨ ਬੜਾ ਸੀ, ਪਰ ਸਤਿਗੁਰਾਂ ਨੇ ਦੇਖਿਆ ਵੀ ਇਹਦੀ ਸ਼ਰਧਾ ਥੋੜੀ ਜਿਹੀ ਪਰਖ ਕੇ ਨਹੀਂ ਦੇਖ ਲਈ ਕਿ ਉੱਪਰੋਂ ਹੀ ਸ਼ਰਧਾਵਾਨ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਪੂਰਿਆ ਸੁਣਿਆ ਕਿ ਪਤਾ ਲੱਗਿਆ ਜਿਹੜਾ ਵਜੀਦਾ ਉਹ 15-20 ਹਜ਼ਾਰ ਫੌਜ ਦੇ ਨਾਲ ਤਿਆਰੀ ਕਰਕੇ ਇੱਧਰ ਨੂੰ ਆ ਰਿਹਾ ਹੈ। ਕਹਿੰਦਾ ਹਾਂਜੀ ਉਹਦੀ ਪੂਰੀ ਤਿਆਰੀ ਹੈ। ਸਤਿਗੁਰੂ ਜੀ ਕਹਿੰਦੇ ਫਿਰ ਆਹ ਕਿਲਾ ਬੜਾ ਸੋਹਣਾ ਹੈ ਤੇ ਇਸ ਕਿਲੇ ਦੇ ਵਿੱਚ ਆਪਾਂ ਰਹਿ ਕੇ ਜੰਗ ਕਰਾਂਗੇ ਤਾਂ ਕਿ ਹੋਰ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਉਹਦੇ ਕੋਲ ਫੌਜ ਬਹੁਤੀ ਆ, ਆਪਾਂ ਗਿਣਤੀ ਵਿੱਚ ਘੱਟ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿਰਫ ਕਸਵੱਟੀ ਹੋਈ ਲਾ ਰਹੇ ਨੇ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਈ। ਰਾਮ ਕਸੌਟੀ ਸੋਚ ਹੈ ਜੋ ਮਨ ਜੀਵਾ ਹੋਏ। ਕਹਿੰਦੇ ਜਦੋਂ ਇੰਨੀ ਗੱਲ ਕਹੀ ਨਾ, ਕਪੂਰਾ ਆਪਣੀ ਸ਼ਰਧਾ ਤੋਂ ਫਿਰਕ ਗਿਆ। ਜਦੋਂ ਸਤਿਗੁਰੂ ਕਹਿੰਦੇ ਕਿ ਕੀ ਸੋਚਣ ਲੱਗ ਪਿਆ, ਕਹਿੰਦਾ ਜੀ ਕੋਈ ਨਹੀਂ, ਇੱਕ ਅੱਧਾ ਦਿਨ ਹੋਰ ਦੇ। 2 ਦਿਨਾਂ ਤੋਂ ਬਾਅਦ ਕਪੂਰਾ ਚੌਧਰੀ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਇਹ ਕਿਲਾ ਮੈਂ ਤੁਹਾਨੂੰ ਦੇ ਦਿੱਤਾ ਤੇ ਵਜੀਦੇ ਨੇ ਮੈਨੂੰ ਨਹੀਂ ਛੱਡਣਾ। ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਕਹਿੰਦੇ ਕਪੂਰਿਆ ਸਾਡੇ ਕਰਕੇ ਤੂੰ ਦੁਖੀ ਹੋਵੇਂ ਇਹ ਅਸੀਂ ਨਹੀਂ ਚਾਹੁੰਦੇ, ਪਰ ਸਤਿਗੁਰੂ ਜਾਣਦੇ ਨੇ ਵੀ ਜਿਹੜੇ ਸਰਕਾਰੀ ਚੌਧਰੀ ਬੰਦੇ ਹੁੰਦੇ ਆ ਨਾ, ਦਰਅਸਲ ਉਹ ਸਰਕਾਰ ਨਾਲ ਵੀ ਬਣਾ ਕੇ ਰੱਖਣਾ ਚਾਹੁੰਦੇ ਨੇ ਤੇ ਉਹ ਆਪਣੀ ਜ਼ਮੀਨ ਜਾਇਦਾਦ ਵੀ ਬਚਾਉਣੀ ਚਾਹੁੰਦੇ ਨੇ। ਧਰਮ ਸਿਰਫ ਤੇ ਸਿਰਫ ਉਹਨਾਂ ਦੇ ਪੱਲੇ ਇੱਕ ਵਿਖਾਵੇ ਮਾਤਰ ਹੁੰਦਾ ਹੈ, ਪਰ ਧਰਮ ਦੇ ਨਾਲ ਉਹਨਾਂ ਨੂੰ ਕੋਈ ਵਾਸਤਾ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਢਿਲਵੀਂ ਪਿੰਡ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਬਾਅਦ ਵਿੱਚ ਆਇਆ, ਮਾਫੀਆਂ ਵੀ ਮੰਗਦਾ ਰਿਹਾ, ਪਰ ਸਤਿਗੁਰੂ ਜੀ ਨਾਰਾਜ਼ ਨਹੀਂ ਹੋਏ ਇਹਦੇ ਨਾਲ। ਸਿਰਫ ਇਹਨੂੰ ਇਹ ਦੱਸਿਆ ਕਿ ਤੂੰ ਬਾਹਰਲੀ ਤੌਰ ਤੇ ਜਿਹੜੀ ਸ਼ਰਧਾ ਪ੍ਰਗਟ ਕਰ ਰਿਹਾ ਉਹਦੀ ਨੀਂਹ ਬੜੀ ਕੱਚੀ ਹੈ। ਸਤਿਗੁਰੂ ਜੀ ਢਿਲਵੀਂ ਪਿੰਡ ਰਹੇ। ਇਹ ਦੇ ਸਤਿਗੁਰਾਂ ਨੇ ਜਿਹੜੀ ਮੈਂ ਪਹਿਲਾਂ ਅਰਜ਼ ਕੀਤੀ ਕਿ ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਮੇਰੇ ਸਤਿਗੁਰਾਂ ਨੇ ਫਿਰ ਇੱਥੇ ਉਹ ਪੁਸ਼ਾਕ ਉਤਾਰ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵਸਤਰ ਬਦਲੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਫਿਰ ਜਦੋਂ ਕਪੂਰਾ ਆਉਂਦਾ ਹੈ ਉਹ ਕਹਿੰਦਾ ਸਤਿਗੁਰੂ ਜੀ ਮੈਂ ਆਪਣੇ ਸਾਥੀ ਖਾਨਾ ਬਰਾੜ ਤੁਹਾਡੇ ਨਾਲ ਭੇਜਦਾ ਤੇ ਇਧਰ ਅੱਗੇ ਥੋੜੀ ਦੂਰ ਤੇ ਕੋਟਕਪੂਰੇ ਤੋਂ ਆਪਾਂ ਜਦੋਂ ਜਾਂਦੇ ਆ ਨਾ ਮੁਕਤਸਰ ਦੇ ਵੱਲ, ਮੇਰੇ ਖਿਆਲ 'ਚ 30 ਕਿਲੋਮੀਟਰ ਦੂਰ ਹੈ ਕੋਟਕਪੂਰਾ ਤੇ ਮੁਕਤਸਰ ਸਾਹਿਬ। ਸਰਾਏ ਨਾਗਾ ਪਿੰਡ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ, ਬੜਾ ਵੱਡਾ ਸਥਾਨ ਬਣਿਆ ਉੱਥੇ। ਤੋਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਕਪੂਰਿਆ ਤੂੰ ਮਾਲਵੇ ਦਾ ਭੇਦੀ ਹੈ, ਨਾਲ ਆਪਣਾ ਸਾਥੀ ਭੇਜਿਆ ਤੇ ਕਹਿੰਦਾ ਸਤਿਗੁਰੂ ਜੀ ਅੱਗੇ ਖਿਦਰਾਣੇ ਦੀ ਢਾਬ ਹੈ, ਉੱਥੇ ਕੁਝ ਪਾਣੀ ਵੀ ਹੈ, ਘਣਾ ਸੰਘਣਾ ਜੰਗਲ ਵੀ ਹੈ ਤੇ ਉੱਥੇ ਤੁਸੀਂ ਮੁਕਾਬਲਾ ਕਰ ਸਕਦੇ ਹੋ। ਸਤਿਗੁਰੂ ਜਾਣਦੇ ਨੇ ਕਿ ਵੀ ਮੁਕਾਬਲਾ ਤਾਂ ਤੇਰੇ ਕਿਲੇ ਵਿੱਚ ਵਧੀਆ ਹੋ ਸਕਦਾ, ਪਰ ਕਿਸੇ ਧਰਤੀ ਨੂੰ ਵੀ ਗੁਰੂ ਨੇ ਨਿਭਾਉਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਤਿਹਾਸ ਕਹਿੰਦਾ ਇਸ ਇਲਾਕੇ ਵੱਲ ਆਉਣ ਤੋਂ ਪਹਿਲਾਂ ਪਾਤਸ਼ਾਹ ਜੀ ਖਿਦਰਾਮਿਆਂ ਨੇ ਪਿੰਡ ਦੀ ਗਏ ਸਨ। ਬਿਦਾਵਾ ਲਿਖਿਆ ਜ਼ਰੂਰ ਹੈ, ਐਸੀ ਗੱਲ ਨਹੀਂ, ਜੇ ਲਿਖਿਆ ਤਾਂ ਬਿਦਾਵਾ ਪਾੜਿਆ ਤੇ ਜੇ ਲਿਖਿਆ ਹੀ ਨਹੀਂ ਤੇ ਫਿਰ ਪਾੜਿਆ ਕੀ ਹੋਣਾ। ਦਰਅਸਲ ਜਦੋਂ ਦੂਣੀ ਚੰਦ ਜੋ ਇਤਿਹਾਸ ਵਿੱਚ ਲਿਖਿਆ, ਮੈਂ ਬੜੀ ਬਾਰੀਕੀ ਦੇ ਨਾਲ ਬੜੇ ਵਿਦਵਾਨਾਂ ਨੂੰ ਬਾਰ-ਬਾਰ ਪੜ੍ਹਿਆ ਵੀ ਕੁਝ ਨਾ ਕੁਝ ਪਤਾ ਲੱਗੇ। ਕਹਿੰਦੇ ਜਦੋਂ ਭੀਮ ਚੰਦ ਨੇ ਹਮਲਾ ਕੀਤਾ ਨਾ, ਹਾਥੀ ਨੂੰ ਸ਼ਰਾਬ ਪਿਆਈ ਤਵੇ ਬੰਨੇ, ਭਾਈ ਬਚਿੱਤਰ ਸਿੰਘ ਫਿਰ ਮੁਕਾਬਲਾ ਕਰਦਾ ਤੇ ਦੂਣੀ ਚੰਦ ਉਥੋਂ ਬੇਮੁਖ ਹੋ ਕੇ ਭੱਜਿਆ ਤੇ ਕੁਝ
नाल माझे दे लोकां नूं लैके भज गया सी जिहड़े बेमुख होए सन। तो धन गुरु गोबिंद सिंह महाराज सच्चे पातशाह इधर रामियाणी दी धरती ते आए ने ते इधरों पट्टी दे जिहड़े कुछ जिहड़े सज्जन जां होर कुछ तां हुंदे शरधावान, कुछ हुंदे ने खिमा करो शब्दावली औखी जिहड़ी लिखी है ते उह सुणाउणी पएगी, कुछ हुंदे कुंजी कढ़ाम चौधरी ਉਹ करना कुछ नहीं चाहते ना उन्हां तो कुछ हुंदा है पर वो बनना सब कुछ चाहते सारा कुछ सानू मिल जी। कहते ये जो पट्टी आए ते इत्थे माता भाग कौर जी ते इन्हां दा जिहड़ा सोहरा सी ना बेदराज ओदी मौत हो गई सी, उत्थे भोग पैना सी। सारे उत्थे इकट्ठे होए, इन्हां नूं जदों पता लग्या ना फिर जिहड़े आनंदपुर साहब तो विछड़े सन वो भी ते जिहड़े फिर इत्थे पट्टी शहर च सन वो भी वो कहंदे भी चलो सतगुरु जी इधर मालवे की धरती ते आए ने जाके सतगुरां नूं बेनती करदे हां। कढ़ाम चौधरी कहंदे समझाउने हां, जे कोई इत्थे आके कहे मैं गुरु नूं समझाउणा फिर कहना ही पएगा ना कि इहदी अकल मोटी है, गुरु तो तां समझना, गुरु तो तां समझ लैनी। कहंदे चलो रामियाणी दी धरती ते आए धन गुरु गोबिंद सिंह महाराज सच्चे पातशाह नूं कहंदे सतगुरु जी ਇਹ ਤੇ ਸਾਨੂੰ ਪਤਾ ਬੱਚੇ ਤੁਹਾਡੇ ਸ਼ਹੀਦ ਹੋ ਗਏ, ਤੁਹਾਡੀ ਹਾਰ ਹੋ ਗਈ ਹੈ, ਕਿਲੇ ਅਨੰਦਪੁਰ ਸਾਹਿਬ ਦੇ ਤੁਹਾਡੇ ਤੋਂ ਖੋਹ ਲਏ ਗਏ, ਘੋੜਾ ਤੁਹਾਡੇ ਕੋਲ ਨਹੀਂ, ਕੁਝ ਵੀ ਤੁਹਾਡੇ ਕੋਲ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਹਾਰ ਤੁਸੀਂ ਮੰਨ ਲਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਦੱਸੋ ਕਿ ਤੁਸੀਂ ਸਾਡੇ ਸਿੱਖ ਬਣ ਕੇ ਆਏ ਹੋ ਜਾਂ ਸਾਡੇ ਉਪਦੇਸ਼ਕ ਬਣ ਕੇ ਆਏ ਹੋ। जे तो सिख बन के आए हो फिर तो सिक्ख्या ले लो, ते जे उपदेशक बन के आए हो तुहाडी कोई गल इत्थे मन्नी नहीं जाती। धन गुरु गोबिंद सिंह महाराज सच्चे पातशाह ने जफरनामे विच गल लिखी है, पातशाह दे भावें साडे कोल कुछ नहीं, ना साजो ना बाजो ना फौजो ना फरस, भावें कुछ भी नहीं, पर कहंदे हार हो जानी होर गल है ते हार मन लैनी होर गल है। खुदा बंद बख्शण दी ऐशो अर्श जिन्ना च साडे अंदर खुदा बैठा है, मेरा रब बैठा है, अकाल पुरख बैठा है, उन्ना चिर मैं हार मनण नूं तैयार नहीं, भावें मेरे कोल कुछ नहीं, पर जे मैं हार मन ली ये तां खुदा दी हार हो जानी है, रब दी। इत्थों फिर कहंदे ये वापस परत गए सन। सतगुरां ने आख्या तुहाडी सरकारे दरबारे बड़ी चलदी है। जदों गुरु अर्जन देव महाराज जी शहीद किया गया उदों सरकारे दरबारे किते सी, साहिबजादे शहीद हुए, आनंदपुर साहब का किला छड्डिया, गुरु तेग बहादुर साहब की शहादत उदों तुहाडी सरकार नाल बनी काम नहीं आई ते हुण तुसीं कहंदे साडी सरकार नाल की बना के साडे कारज सवारोगे। सतगुरां ने फिर 100 दी एक सुना दी। इत्थों ये जो वापस परते ते फिर इधरों सूबा सरहंद वजीर खां तकरीबन कईयां 8000 फौज लिखी, कईयां ने 15-20 हजार। कहते बाहूदारी कहते जदों के सूबा सरहंद वजीर खां पहुंचिया इन्हें पहला मिलाप कपूरे चौधरी नाल कीता। कपूरा चौधरी इस इलाके का सी, इहनूं आके वजीर खां मिलदा है, वो कहंदा मैं सुनिया भी गुरु इधर ही आया है। तां कपूरा हुण अंदरों गुरु नूं भी प्यार करदा है ते उधरों वजीर खां नाल भी बिगाड़नी नहीं चाहुंदा, क्योंकि जमीन जायदाद है, 84 पिंडां दा चौधरी है, किते चौधरी भी ना फस जे ते गुरु तो भी डरदा है, बिच विचाले है। धन गुरु गोबिंद सिंह महाराज जी बाबत कहंदा भी सतगुरु जी अगे ने ते कपूरा चौधरी कहण लगा वेख ये मालवे का इलाका भेती, मैं इस इलाके का बहुत हाँ। धन गुरु गोबिंद सिंह महाराज सच्चे पातशाह इत्थों अगे गए ते जेड़े परत के गए सन कुछ तां ओह आनंदपुर साहब वाले ते कुछ जिहड़े इत्थों हुण वापस परते सन। फिर माता भाग कौर जी ने इन्हां नूं वंगारिया, इन्हां दी सुत्ती हुई जमीन नूं जगाया ते फिर ये कहण लगे कि घरे जाण दी बजाए फिर जिहड़ा दाग जिहड़ा कलंक लगे है, क्योंकि इधरों वजीर खां दी फौज आ रही है ते ओहदा मुकाबला करके गुरु दे हक विच भुगत के वो जिहड़ा कलंक मत्थे लगया होया है ते ओह दाग कहंदे धोण दा समां आ गया, मरना फिर भी जाना है। मर सामने जाने कोई मन अन्न खा के पहला मर जू, कोई 1.5 मन अन्न खा के बाद मर जू, मरना इत्थे सामने ही है।
पर सतगुरु सच्चे पातशाह ने क्या जाना कि वह मरेंगे कैसा मरना होए, जेकर साहिब मनो ना विसरे तां सैला मरना होए। फिर कहते इधरों सतगुरु जी उच्ची टिब्बी ते बैठे ने, जिथे गुरुद्वारा टिब्बी सर साहिब है, इधर जलालाबाद रोड फाजिलका नूं जाने जो उस बने स्थान बने हैं। अज भी सतगुरां दी यादगार दे विच सतगुरु जी उथे ने ते खजाने की घाट ते फिर इन्हां सारे ने कब्जा कर लिया, अपनियां चादरां आदि कान दित्तियां, जो भी कोल सी दूरों इउं जापदा सी फौज ने अपने तंबू लाए ने। ते जदों इधरों चढ़ के आई ना फौज ते इन्हां ने अगों डट के मुकाबला कीता। सतगुरु जी जानदे ने, धन गुरु गोबिंद सिंह महाराज जी ने देखिया जंग होई, जंग की समाप्ति हुई। सतगुरु जी उच्ची टिब्बी ते बह के तीरां की वर्खा कीती। समाप्ति तो बाद सतगुरु खुद घोड़े तो थल्ले उतर के आप पैदल चल के पैरों में जोड़ा नहीं पाया भी मेरे ये ओही सिख ने जिन्हों बाणी कहती भूले सिख गुरु समझाए, उजड़ जांदे मार्ग पाए। भुलियां नूं गुरु उदों भी समझाउंदा सी, समझाउंदा हुण भी है। उन्हां ने समझ लिया सी, समझना नहीं समझे, फर्क इन्ना ही है। विचे मैं हां धन गुरु गोबिंद सिंह महाराज आए, की देखिया कि उन्हां जिवें कि विद्वान दी बड़ी महत्वपूर्ण गल है, कहते खालसा होवे ते तेरा खास होवे, हथ खंडा पैर रकाब ते भावें लिख विदावा दे गया, आखिर मिलिया खिदराणे दी ढाल ते। उन्हां विदावा स्याही नाल लिखिया ते खून नाल धो दिता, उन्हां ने तां लिखे विदावे पढ़वा लए। गुरु किरपा कर मेरा आपां ते मैं असीं लिखे पता नहीं कदों पढ़ना। सतगुरु कलगीधर दशमेश पिता आए। देखो एक रुतबे होंदे सन, जिवें अंग्रेज सरकार दे समय ना एक पद्म श्री हुंदा सी, ਉਹਨੂੰ ਕਹਿੰਦੇ ਸਨ ਵਿਕਟੋਰੀਆ ਕਰਾਸ, ਤੇ ਅੱਜ ਭਾਰਤ ਦੇ ਵਿੱਚ ਉਹਨੂੰ ਆਖਿਆ ਜਾਂਦਾ ਹੈ ਪद्म श्री। ਤੇ ਗੁਰੂਆਂ ਦੇ ਵੇਲੇ ਆਖਿਆ ਜਾਂਦਾ ਸੀ ਜਿਹੜਾ ਕੋਈ ਬਹਾਦਰੀ ਨਾਲ ਲੜਦਾ ਉਹਨੂੰ ਫਿਰ ਖਿਤਾਬ ਦਿੱਤਾ ਜਾਂਦਾ, ਇਹ ਮੇਰਾ 2000 ਇਹ ਮੇਰਾ 5000 ਇਹ ਮੇਰਾ 10000 ਤੇ ਮਾਂ ਸਿੰਘ ਘੁੱਟ ਕੇ ਕਲੇਜੇ ਨਾਲ ਲਾ ਕੇ ਇਹਦਾ ਸਹਿਕਦਾ ਪਿਆ ਸੀ। ਸਤਿਗੁਰੂ ਜੀ ਕਹਿੰਦੇ ਇਹ ਮੇਰਾ 20000 ਹੈ रुतबा खिताब। सतगुरु जी बड़ा प्यार बख्शिया। सैकड़े ने सवास कुछ बाकी ने पातशाह कोल आए कि 10 महा सिंह तेन की चाहिए, तेरा तन शरीर दोबारा चंदन वर्गा बना दिए। कि पातशाह कुछ नहीं चाहिए, मंग की मंगी। महा सिंह ने बिदावा देखा नहीं सी, महा सिंह ने उन्हां दा बिदावा गुरु तो पढ़वाया सी, परोपकार कीता सी। ये तो कहंदे जी मैनूं बख्श दिओ, बाकियां तू की लेना। कहना सतगुरु जी कृपा करो, जेड़ी टूटी मेरे भरावां दी ओ कृपा करके तुसी गंढ दिओ। टूटी गंढ निहाल गोपाल सर्व जीआं। रोज बाणी विच पढ़दे ने। धन गुरु गोबिंद सिंह महाराज ने आखिया सिर्फ ते सिर्फ तेरी ही टूटी नहीं, उन्हां नाल दे साथियां दी भी ते तुहाडीआं सारियां ते गुनाहगारियां तुहानूं सब नूं असीं अज मुक्त कीता। मुक्ति नहीं कीता तुहाडे नाम ते रहिंदी दुनिया तक शहर ते स्थान बनेगा ते बनिया भी उदा नाम श्री मुक्तसर साहिब। शहर का नाम मुक्त सारमींद सरोवर श्री मुक्तसर साहिब ते गुरुद्वारा टुट्टी गंढी साहिब अज उत्थे बनिया है। तो सतगुरू ने कृपा की, गुरु साहब ने अपने पुत्रां दा हत्थी संस्कार नहीं कीता। चारे साहिबजादियां दी शहादत होई, नेत्रां दे विचों हंझू नहीं वगिया। पर कहते भाई महा सिंह नूं गोद विच लै के इतिहास कहदा सतगुरु जी विराग दे विच आ गए सन ते बड़ा मान गुरु साहब जी ने बख्शिश कीता। ते उन्हां दी याद विच हर साल माघी दा जोड़ मेला शहीदां नूं याद कीता जांदा ते कोई कर्म कांड नहीं। तो सतगुरु जी की कृपा कर रहे हैं। आओ 5 मिनट अपने को बाकी विचार करके समाप्ति करिए। शब्द जी माघ भजन संग साधुना धूड़ी कर इशनान, हर का नाम ध्याए सुन सबना नूं कर दान। जिवें आपां गुरु दी साखी, गुरु दा उपदेश, गुरु दी बाणी, जिवें शहीदां दी गल सुनी है, ये सुन के तू अगे जाके दस सब तो वड्डा यही दान है। जन्म कर्म मल उतरै मन ते जाए, गुमान जेड़ा
तू जन्म धारण करके जो जो तू कर्म करता रहे, धार्मिक कर्म करता रहा, तेरे मैल चढ़ती गई, होर तरह तरह के कर्म कीते मैल चढ़ गई। पर सतगुरु जी कहते जन्म कर्म, जिहड़ा जन्म धारण करके कर्म कीता, मल उतरै वो मैल तेरी उतर जाएगी। कदों मन ते जाए गुमान, जदों तू सबना नूं करदान, जदों तू गुरु की गल सुनेगा समझेगा। फिर जिहड़ा जन्म धारण करके कर्म कीता वो मैल, क्योंकि मैल ही हंकार है, अंदर मैल होवे वो मैल ही हंकार का प्रतीक है। सतगुरु कहते वो चलिया जाएगा। काम क्रोध ना मोहिए, मोहिए ने अर्थ ने फसीदा नहीं, काम विच ते क्रोध दे विच वो कहते जीव नहीं फसदा। केड़ा काम क्रोध ना मोहिए, बेसै लोभ सुवान, सुवान नीच कुत्ता। कहते जिहड़ा अंदर लोभ रूपी कुत्ता है ना, ये लोभ ही बंदे नूं हंकारी बनाउंदा है, ये लोभ ही है बंदे नूं सेवा करनी चंगी गल है। तो जे सेवा करके किसी नूं टिकणी नहीं देना तो फिर वो सेवा तेरी किसी थाए नहीं। पातशाह जी कहते काम क्रोध ना मोही है, बेसै लोभ सुवान, जिहड़ा लोभ रूपी कुत्ता है, कहते ये तेरा नाश हो जाएगा, खत्म हो जाएगा। कि फिर सच्चे मार्ग चलदिया उस्तत करे जहान। कहते जदों तू सच दे मार्ग नूं, गुरु के उपदेश नूं, गुरबाणी नूं, गुरु के इतिहास नूं, गुरु की सिक्ख्या नूं जो जीवन में कमा लेगा ना, तेरे हुंदियां तां तेरी उस्तत होनी होनी है। ते जदों तू नहीं भी होवेगा उस्तत फिर भी तेरी होवेगी। सच्चे मार्ग चलदियां उस्तत करे जहान, अठ सठ तीर्थ सगल पुन जी दया परवान। कहते 68 तीर्थां ते कीता इशनान, 68 तीर्थां ते कोई बंदा इशनान कर ले किन्ना औखा। 2-4 तीर्थां ते जाके बंदा थक जाता है, पर 68 तीर्थां का इशनान इक्को वारी प्राप्त हो जाना है। सतगुरु जी कहते जे तू 68 तीर्थ सगल पुन जी दया परवान, जे तू कहते किसी के ऊपर दया करे, किसी की मदद करे, किसी का भला करे, तेरे सतगुरु जी कहते ऐदू बड़ा पुन कोई नहीं। जिसनों देवे दया कर सोई पुरख सुजान। सुजान कहते सब तो सियाणा वो महान है पुरख, जिहड़ा उस अकाल पुरख वाहिगुरु दे उपदेश नूं जीवन दे विच कमा लैंदा है। जिसनों देवे दया कर, पर कहते ये दात जी मेरा मालिक वाहिगुरु दया तरस करके दे दिंदा है, वो सब तो महान है। जिन्ना मिलिया प्रभ अपना, नानक तिन कुर्बान। जिन्हों मेरा मालिक वाहिगुरु मिल गया, जिन्हों अपना बना लिया, जां असीं उहदे बन गए हाँ, तो पातशाह जी कहते मैं उन्हां तो कुर्बान जाना। ये माघ महीने की व्याख्या उन्हां शहीदां ते इन बिल्कुल ढुकदी है। ये विद्वानां की बड़ी दूर अंदेशी सी कि जिन्ना मिलिया। हुण भाई महा सिंह नूं मिलिया कि मेरे सतगुरु जी भाई महा सिंह तो कुर्बान नहीं जावे। जिन्ना मिलिया प्रभ अपना, नानक तिन कुर्बान। माघ सुचे से काटी है, जिन पूरा गुर मेहरबान। माघ महीने द्वारा सतगुरु जी उपदेश करते हैं, वो सुचे ने, वो पवित्र ने, उच्चे सुचे जीवन वाले हैं। पातशाह जी कहते जिन्हां दे उपर पूरा गुरु मेहरबान हो गया, ते जिन्हां ने पूरे गुरु नूं समझ लिया है, उन्हां दे लोग सुखी और लोग सुहेले हो गए। पातशाह जी कृपा कर मेहर करन, बड़े अदब सत्कार दे नाल टिका बना के आप जी ने गुरु इतिहास ते गुरमति विचारां नूं बड़ी श्रद्धा भावना दे नाल श्रवण कीता। पातशाह जी सब दी हाजरी प्रवान करन, बचन गुरु का जान के हृदय च वसाना। अवगुणा चितारने भुल चुक दी क्षमा बख्शो, सीस बलाओ फतेह। वाहिगुरु जी का खालसा, वाहिगुरु जी की फतेह। कबीर मोहे मारने का चाव है, मरो तो हर के द्वार, मत हर पूछे कौन है, परा हमारे बार। गुरु टैग शासन जी, वाहिगुरु जी का खालसा, वाहिगुरु जी की फतेह। तैद दो दरवाजी हाँ भाई साहब भाई गुरसेवक सिंह जी होना, जिन्होंने
ਸਿੱਖ ਇਤਿਹਾਸ ਬਾਰੇ ਮੁਕਤਸਰ ਦੇ 39 ਸੂਬਿਆਂ ਦੀਆਂ ਸ਼ਹਾਦਤ ਆਪ ਸਰਕਾਰ ਦੇ ਨਾਲ ਸਾਂਝੀ ਕੀਤੀ ਹੈ ਤੇ ਜੋ ਮਹੀਨਾ ਮਾਘ ਰਿਹਾ ਹੈ ਉਸ ਦੀ ਵਿਚਾਰ ਸਰਕਾਰ ਦੇ ਨਾਲ ਸਾਂਝੀ ਕੀਤੀ ਹੈ। ਦੋ ਬੇਨਤੀਆਂ, ਇੱਕ ਤਾਂ ਜੋ ਗੁਰੂ ਘਰ ਦੇ ਮੈਂਬਰਾਂ ਦੀ ਜੋ ਰਜਿਸਟ੍ਰੇਸ਼ਨ ਚੱਲ ਰਹੀ ਸੀ, ਉਹ ਜੋ ਮੈਂਬਰ ਬਣੇ ਹਨ 811 ਕੌਰ ਮੈਂਬਰ ਹਨ, ਉਹਨਾਂ ਦੀਆਂ ਲਿਸਟਾਂ ਬਾਹਰ ਬੋਰਡ ਦੇ ਉੱਤੇ ਲੱਗ ਚੁੱਕੀਆਂ ਹਨ ਤੇ ਆਪ ਸਾਰੇ ਮੈਂਬਰਾਂ ਨੂੰ ਆਉਣ ਵਾਲੀ ਜੋ ਵੀ ਕਾਰਵਾਈ ਹੋਵੇਗੀ ਉਸ ਸਮੇਂ ਸਿਰ ਆਪ ਜੀ ਨੂੰ ਦੱਸ ਦਿੱਤੀ ਜਾਵੇਗੀ, ਕਿਉਂਕਿ ਮਾਰਚ ਦੇ ਪਹਿਲੇ ਹਫ਼ਤੇ ਕਮੇਟੀ ਨਵੀਂ ਬਣ ਗਈ ਹੈ। ਜੋ ਵੀ ਕਾਰਵਾਈ ਇਲੈਕਸ਼ਨ ਕਮਿਸ਼ਨ ਦੀ ਹੋਵੇਗੀ ਉਹ ਅਗਲੇ ਐਤਵਾਰ ਤੋਂ ਸ਼ੁਰੂ ਕਰ ਦਿੱਤੀ ਜਾਵੇ।